ਬਾਣਾ ਪਾਉਣਾ ਬਹੁਤ ਚੰਗੀ ਗੱਲ ਏ, ਪਰ ਬਾਣਾ ਪਾ ਕੇ ਦੂਜਿਆਂ ਨੂੰ ਟਿੱਚ ਜਾਣਨਾ, ਪੈਂਟਾਂ ਕਮੀਜ਼ਾਂ ਵਾਲਿਆਂ ਨੂੰ ਬੁਰੇ ਤੇ ਨਾਸਤਕ ਸਮਝਣਾ, ਇਹਦੇ ਤੋਂ ਵੀ ਮਾੜੀ ਕੋਈ ਗੱਲ ਨਹੀਂ ਹੈ ਸਾਧ ਸੰਗਤ। ਇੱਕ ਨਾ ਵੀਰ ਮਿਲਿਆ, ਉਹ ਅਕਸਰ ਇਹ ਗੱਲ ਕਹਿੰਦਾ ਹੁੰਦਾ ਹੈ, ਆਖੇ ਜੀ ਅਰਦਾਸ ਤਾਂ ਚਾਪਲੂਸੀ ਕਰਨਾ, ਮੈਂ ਅਰਦਾਸਾਂ ਤੇ ਭਰੋਸਾ ਨਹੀਂ ਕਰਦਾ। ਉਹ ਵੀਰ ਕਹਿੰਦਾ ਅਰਦਾਸ ਕਰਨਾ ਤਾਂ ਚਾਪਲੂਸੀ ਕਰਨਾ ਹੈ, ਤੇ ਅਸੀਂ ਇਹੋ ਜਿਹੇ ਰੱਬ ਨੂੰ ਮੰਨਦੇ ਹੀ ਨਹੀਂ ਜਿਹੜਾ ਚਾਪਲੂਸੀ ਕਰਾ ਕੇ ਸਾਨੂੰ ਕੁਝ ਦਿੰਦਾ। ਅਰਦਾਸ ਕਰਨਾ ਚਾਪਲੂਸੀ ਕਰਨਾ ਨਹੀਂ। ਕਿਉਂ ਕਿਹਾ ਗਿਆ ਵੀ ਅਰਦਾਸ ਕਰੀਏ? ਮਹਾਰਾਜ ਕਹਿੰਦੇ ਹੰਕਾਰੀ ਬੰਦੇ ਦੇ ਧਰਮ ਕਰਮ ਇਸ ਤਰ੍ਹਾਂ ਨਿਫਲ ਹੋ ਜਾਂਦੇ ਨੇ ਜਿਵੇਂ ਹਾਥੀ ਦਾ ਨਾਤਾ ਨਿਫਲ ਹੋ ਜਾਂਦਾ। ਜਿਹੜੀਆਂ ਭੈਣਾਂ ਕਦੀ ਇਸ ਗੱਲੋਂ ਸੰਗਦੀਆਂ ਸਨ ਕਿ ਲੋਕ ਮੇਰੇ ਤਨ ਨੂੰ ਨਾ ਦੇਖਣ, ਅੱਜ ਤੁਸੀਂ ਦੇਖ ਲਓ ਟਿਕਟੌਕ ਵਰਗੀਆਂ ਐਪਸ ਤੇ ਆਪਣੇ ਤਨ ਦਾ ਪ੍ਰਗਟਾਵਾ ਕਰ ਰਹੀਆਂ। ਸ਼ਾਗਿਰਦੇ ਨਾਨਕ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਦਿੱਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾਓ ਤਾਂ ਜੋ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਪਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੈ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਗੌੜੀ ਮਹੱਲਾ ਨਾਵਾਂ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ। ਤਾਤੇ ਅਹਨਸ ਭਾਗੋ, ਸਾਧੋ ਮਨ ਕਾ ਮਾਨ ਤਿਆਗੋ। ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਤੇ ਅਹਨਸ ਭਾਗੋ। ਰਹਾਓ सुख दुख दोनों सम कर जानै, और मान अपमाना। हरख सोगते रहै अतीता, तिन जग तत पछाना। उस्तत निंदा दो त्यागै, खोजै पद निर्बाना। जन नानक एहो खेल कठन है, किन्हू गुरमुख जाना। जन नानक एहो खेल कठन है, किन्हू गुरमुख जाना। वाहिगुरु जी का खालसा, वाहिगुरु जी की फतेह। वाहिगुरु साहिब जी। डंडौत बंदन अनक बार, सर्ब कला समरथ। डोलन ते राखो प्रभु,
ਨਾਨਕ ਦੇ ਕਰ ਹੱਥ, ਡੋਲਣ ਤੇ ਰੱਖੋ ਪ੍ਰਭੂ। ਨਾਨਕ ਦੇ ਕਰ ਹੱਥ, ਤੇਗ ਬਹਾਦਰ ਸਿਮਰਿਐ। ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਸਭ ਥਾਈ ਹੋਏ ਸਹਾਏ। ਗੁਰੂ ਪਿਆਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ ਅੱਜ ਆਪਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨਾਂ ਦੀ ਲੜੀਵਾਰ ਕਥਾ ਪ੍ਰਾਰੰਭ ਕਰਨ ਜਾ ਰਹੇ ਹਾਂ। ਆਪਾਂ ਭਲੀ ਭਾਂਤ ਜਾਣਦੇ ਹਾਂ ਸਾਧ ਸੰਗਤ ਕਿ ਆਉਣ ਵਾਲੇ ਸਮੇਂ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 400 ਸਾਲਾ ਗੁਰਪੁਰਬ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਣਾ ਹੈ। ਤੇ ਹੁਣ ਤੋਂ ਹੀ ਵੱਖ-ਵੱਖ ਗੁਰਮੁਖ ਜਨ, ਵੱਖ-ਵੱਖ ਜਥੇਬੰਦੀਆਂ ਆਪੋ ਆਪਣੇ ਹਿਸਾਬ ਦੇ ਨਾਲ ਸਤਿਗੁਰੂ ਜੀ ਦੇ ਗੁਰਪੁਰਬ ਨੂੰ ਸਮਰਪਿਤ ਅਨੇਕਾਂ ਹੀ ਤਰ੍ਹਾਂ ਦੇ ਕਾਰਜ ਆਰੰਭ ਵੀ ਕਰਨ ਲੱਗ ਪਏ ਨੇ। ਕੋਈ ਕਿਸੇ ਤਰ੍ਹਾਂ ਦਾ ਪ੍ਰੋਜੈਕਟ ਸ਼ੁਰੂ ਕਰ ਰਿਹਾ ਹੈ, ਕੋਈ ਕਿਸੇ ਪ੍ਰਕਾਰ ਦੇ ਸੇਵਾ ਕਾਰਜ ਸ਼ੁਰੂ ਕਰ ਰਿਹਾ ਹੈ। ਤੇ ਹੁਣ ਤੋਂ ਹੀ ਇਹ ਸਾਰੇ ਕਾਰਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਗੁਰਪੁਰਬ ਨੂੰ ਸਮਰਪਿਤ ਹੋਣੇ ਸ਼ੁਰੂ ਹੋ ਗਏ ਨੇ। ਸਤਿਗੁਰੂ ਜੀ ਨੇ ਰਹਿਮਤ ਕੀਤੀ, ਦਾਸ ਦੇ ਮਨ ਦੇ ਵਿੱਚ ਵੀ ਇਹ ਵਿਚਾਰ ਪਾਈ ਕਿ ਗੁਰੂ ਸਾਹਿਬ ਜੀ ਦੇ ਗੁਰਪੁਰਬ ਮਨਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਆਪ ਜੀ ਦੇ ਬਚਨਾਂ ਨਾਲ ਸਾਂਝ ਪਾਉਣਾ। ਤੇ ਕਿਉਂ ਨਾ ਆਪ ਜੀ ਦੇ ਬਚਨਾਂ ਦੀ ਲੜੀਵਾਰ ਕਥਾ ਪ੍ਰਾਰੰਭ ਕੀਤੀ ਜਾਵੇ। ਤੋ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਸਦਕਾ ਆਪਾਂ ਇਹ ਲੜੀਵਾਰ ਕਥਾ ਪ੍ਰਾਰੰਭ ਕਰਨ ਜਾ ਰਹੇ ਹਾਂ। ਆਪਾਂ ਇਹ ਸਾਰੇ ਜਾਣਦੇ ਆ ਸਾਧ ਸੰਗਤ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਵੇਂ ਸਰੀਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 59 ਸ਼ਬਦ ਤੇ 57 ਸ਼ਲੋਕ ਆਉਂਦੇ ਨੇ। 57 ਸ਼ਲੋਕ ਜਿਹੜੇ ਅਸੀਂ ਭੋਗ ਵੇਲੇ ਪੜ੍ਹਦੇ ਹਾਂ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਇਹ ਸ਼ਲੋਕ ਜਿਹੜੇ ਨੇ ਭੋਗ ਵੇਲੇ ਪੜ੍ਹੇ ਜਾਂਦੇ ਨੇ। ਔਰ 59 ਸ਼ਬਦ ਜਿਹੜੇ ਨੇ ਵੱਖ-ਵੱਖ ਰਾਗਾਂ ਦੇ ਵਿੱਚ ਸਤਿਗੁਰੂ ਜੀ ਦੇ ਦਰਜ ਕੀਤੇ ਗਏ ਹਨ। ਸਭ ਤੋਂ ਪਹਿਲਾ ਸ਼ਬਦ ਆਪ ਜੀ ਦਾ ਜਿਹੜਾ ਹੈ ਗੌੜੀ ਰਾਗ ਦੇ ਅੰਦਰ ਆਉਂਦਾ ਹੈ। ਅੱਜ ਜਿਹੜਾ ਆਪਾਂ ਬਚਨ ਵਿਚਾਰਨ ਲੱਗੇ ਹਾਂ ਇਹ ਵੀ ਗੌੜੀ ਰਾਗ ਦੇ ਅੰਦਰ ਹੈ। ਔਰ ਇਹ ਸਭ ਤੋਂ ਪਹਿਲਾ ਜਿਹੜਾ ਬਚਨ ਆਪ ਜੀ ਦਾ ਦਰਜ ਹੋਇਆ ਉਹ ਇਹ ਹੈ, ਸਾਧੋ ਮਨ ਕਾ ਮਾਨ ਤਿਆਗੋ। ਗੌੜੀ ਰਾਗ ਦੇ ਅੰਦਰ ਆਪ ਜੀ ਦੇ 9 ਸ਼ਬਦ ਹਨ। ਤੋਂ ਪਹਿਲੇ ਸ਼ਬਦ ਦੀ ਵਿਚਾਰ ਆਪਾਂ ਕਰਨੀ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਓ ਆਪ ਹੀ ਵਿੱਚ ਵਰਤ ਕੇ ਸਤਿਗੁਰੂ ਇਹ ਵਿਚਾਰ ਕਰਾਉਣਾ, ਆਪ ਹੀ ਪ੍ਰੇਮ ਬਖਸ਼ਣਾ, ਅੰਦਰ ਰਸ ਬਖਸ਼ਣਾ, ਆਪ ਹੀ ਅਸਰ ਬਖਸ਼ ਕੇ ਵਿੱਚ ਵਰਤ ਕੇ ਇਹ ਕਥਾ ਕਰਾ ਲੈਣਾ ਜੀ। ਆਓ ਜਿੰਨੇ ਵੀ ਆਪਾਂ ਜੁੜ ਬੈਠੇ ਹਾਂ ਸਾਧ ਸੰਗਤ ਜੀਓ, ਫਤਿਹ ਦੇ ਵਿੱਚ ਹਾਜ਼ਰੀ ਭਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਰਾਗ ਦੇ ਅੰਦਰ ਸਤਿਗੁਰੂ ਜੀ ਨੇ ਜੋ ਇਹ ਬਚਨ ਉਚਾਰਨ ਕੀਤਾ ਹੈ, ਰਹਾਉ ਦੀਆਂ ਜਿਹੜੀਆਂ ਤੁਕਾਂ ਨੇ, ਕਿਉਂਕਿ ਆਪਾਂ ਜਾਣਦੇ ਹਾਂ ਰਹਾਉ ਦੀਆਂ ਤੁਕਾਂ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੁੰਦੀਆਂ ਨੇ। ਇਸ ਕਰਕੇ ਪਹਿਲਾਂ ਆਪਾਂ ਇਸ ਸ਼ਬਦ ਦਾ ਪੂਰਾ ਭਾਵ ਵਿਚਾਰਾਂਗੇ ਔਰ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਦੇ ਅੱਖਰੀ ਅਰਥ ਤੇ ਆਵਾਂਗੇ ਸਾਧ ਸੰਗਤ। ਤੋ ਰਹਾਉ ਦੀ ਤੁਕ ਦੇ ਵਿੱਚ ਸਤਿਗੁਰੂ ਜੀ ਨੇ ਬਚਨ ਕੀਤਾ ਹੈ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਨਿਸ ਭਾਗੋ। ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਸਾਧੋ ਹੇ ਸਾਧਨਾ ਕਰਨ ਵਾਲਿਆ, ਮਨ ਕਾ ਮਾਨ ਤਿਆਗੋ, ਆਪਣੇ ਮਨ ਦਾ ਮਾਨ ਤਿਆਗ ਦੇ। ਆਪਾਂ ਨੂੰ ਸਾਰਿਆਂ ਨੂੰ ਮਾਣ ਦੇ ਅਰਥ ਪਤਾ ਹੈ। ਮਾਣ ਕੀ ਹੁੰਦਾ ਹੈ? ਜਿਹਨੂੰ ਆਪਾਂ ਕਹਿ ਦਿੰਦੇ ਹਾਂ ਹੰਕਾਰ ਕਰਨਾ, ਪ੍ਰਾਈਡ। ਬੜਾ ਪ੍ਰਾਊਡ ਰਹਿੰਦਾ ਆਪਣੇ ਆਪ ਵਿੱਚ, ਦੂਜਿਆਂ ਨੂੰ ਟਿੱਚ ਜਾਣਦਾ, ਇਹਨੂੰ ਮਾਣ ਕਹਿੰਦੇ ਨੇ। ਕੋਈ ਵੀ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਉਦਮ ਕਰਕੇ, ਮਿਹਨਤ ਕਰਕੇ ਕੋਈ ਚੀਜ਼ ਹਾਸਲ ਕਰ ਲਵੇ ਤੇ ਫਿਰ ਉਹਨੂੰ ਇਹ ਭੁਲੇਖਾ ਪੈ ਜਾਂਦਾ ਵੀ ਜੋ ਕੁਝ ਕੀਤਾ ਹੈ ਮੈਂ ਹੀ ਕਰ ਸਕਦਾ, ਹੈ ਮੇਰੇ ਤੋਂ ਇਲਾਵਾ ਕੋਈ ਹੋਰ ਕਰ ਹੀ ਨਹੀਂ ਸਕਦਾ। ਇੱਥੋਂ ਤੱਕ ਕਿ ਪਰਮਾਤਮਾ ਦੀ ਹੋਂਦ ਨੂੰ ਵੀ ਪਾਸੇ ਕਰ ਦਿੰਦਾ ਹੈ। ਮੰਨ ਲਓ ਕਿਸੇ ਨੇ ਮਿਹਨਤ ਕਰਕੇ ਕੋਠੀ ਖੜੀ ਕਰ ਦਿੱਤੀ
ਹੁਣ ਇਹਦੇ ਅੰਦਰ ਮਾਣ ਆ ਜਾਂਦਾ ਵੀ ਇਹ ਕੋਠੀ ਤਾਂ ਮੈਂ ਆਪਣੀ ਮਿਹਨਤ ਸਦਕਾ ਬਣਾਈ ਹੈ, ਦੂਜੇ ਦਾ ਕੀ ਰੋਲ ਹੈ ਇਹਦੇ ਵਿੱਚ? ਪਰਮਾਤਮਾ ਨੂੰ ਕੀ ਜਾਣਦਾ ਫਿਰ ਬੰਦਾ? ਭਾਵੇਂ ਕਈ ਵਾਰੀ ਜ਼ਬਾਨ ਤੋਂ ਇਹ ਕਹੀ ਜਾਵੇ ਵੀ ਪਰਮਾਤਮਾ ਦੇਣ ਵਾਲਾ, ਪਰ ਮਨ ਕਰਕੇ ਇੱਥੇ ਮਨ ਕਾ ਮਾਣ ਤਿਆਗਿਓ ਕਿਹਾ ਹੈ, ਤਨ ਕਾ ਨਹੀਂ। ਕਿਉਂਕਿ ਤਨ ਕਰਕੇ ਜ਼ੁਬਾਨ ਕਰਕੇ ਬੰਦੇ ਭੁਲੇਖੇ ਪਾਉਣ ਲਈ ਕਹਿ ਹੀ ਦਿੰਦੇ ਹੁੰਦੇ ਨੇ ਵੀ ਰੱਬ ਕਰਨ ਵਾਲਾ, ਪਰ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਮਾਣ ਲੈ ਕੇ ਬੈਠਾ ਹੁੰਦਾ ਹੈ ਵੀ ਹੋਰ ਕਿਸੇ ਦਾ ਰੋਲ ਨਹੀਂ। ਜੇ ਏਡੀ ਵੱਡੀ ਕੋਠੀ ਖੜੀ ਹੋ ਗਈ ਹੈ ਤੇ ਮੈਂ ਕਰਨ ਵਾਲਾ ਹੈ, ਜੇ ਆ ਕਥਾ ਹੋ ਰਹੀ ਹੈ ਤੇ ਇਹ ਮੇਰੀ ਸਮਰੱਥਾ ਹੈ, ਮੈਂ ਕਰਦਾ ਹੈ। ਜੇ ਕੋਈ ਸੋਹਣਾ ਕੀਰਤਨ ਕਰ ਲੈਂਦਾ, ਮੈਂ ਮਿਹਨਤ ਕੀਤੀ ਤੇ ਇੰਨੀ ਪ੍ਰਪਰੇਸ਼ਨ ਕੀਤੀ, ਇੰਨੇ ਰਾਗ ਸਿੱਖੇ, ਫਿਰ ਮੈਂ ਕੀਰਤਨ ਕਰਦਾ, ਦੂਜੇ ਨੂੰ ਤਾਂ ਮੇਰੇ ਵਰਗਾ ਕੀਰਤਨ ਹੀ ਨਹੀਂ ਆਉਂਦਾ। ਇਹਨੂੰ ਮਾਣ ਕਹਿੰਦੇ ਨੇ। ਕਿਸੇ ਕੋਲ ਬਹੁਤ ਦੌਲਤ ਆ ਗਈ ਤੇ ਆਪਣੇ ਆਪ ਨੂੰ ਦੁਨੀਆ ਤੋਂ ਸਭ ਤੋਂ ਵੱਡਾ ਸਮਝਦਾ, ਦੂਜਿਆਂ ਨੂੰ ਟਿੱਚ ਜਾਣਦਾ ਤੇ ਪਰਮਾਤਮਾ ਨੂੰ ਵੀ ਪਾਸੇ ਕਰ ਦਿੰਦਾ, ਇਹਨੂੰ ਮਾਣ ਕਹਿੰਦੇ ਨੇ। ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਚਨ ਕਰ ਰਹੇ ਨੇ, ਮਨ ਕਾ ਮਾਨ ਤਿਆਗੋ। ਭਾਈ ਆਪਣੇ ਮਨ ਦੇ ਮਾਨ ਨੂੰ ਤਿਆਗ ਦਿਓ। ਤੇ ਸਭ ਤੋਂ ਵੱਡੀ ਗੱਲ ਸਾਧ ਸੰਗਤ, ਤੁਸੀਂ ਦੇਖੋ ਜਿਹਨੂੰ ਪ੍ਰਥਾਏ ਕਰਕੇ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਨਾ, ਸ਼ਬਦ ਵਰਤਿਆ ਹੈ ਸਾਧੋ। ਸਾਧੋ ਦਾ ਅਰਥ ਕੀ ਹੁੰਦਾ ਹੈ? ਸਾਧੋ ਦਾ ਅਰਥ ਹੁੰਦਾ ਹੈ ਸਾਧਨਾ ਕਰਨ ਵਾਲਾ, ਤੇ ਸਾਧਨਾ ਕਰ ਕਰਕੇ ਕੋਈ ਗੁਨਾਹ ਨੂੰ ਧਾਰਨ ਕਰਨ ਵਾਲਾ, ਉਹਨੂੰ ਆਪਾਂ ਸਾਧੋ ਕਹਿ ਦਿੰਦੇ ਆ। ਹੁਣ ਤੁਸੀਂ ਦੇਖੋ ਸਾਧਨਾ ਕੀ ਹੁੰਦੀ ਹੈ? ਆਪਣੇ ਸਰੀਰ ਦੀ ਮਿਹਨਤ ਕਰਕੇ, ਸੰਘਰਸ਼ ਕਰਕੇ ਕੋਈ ਬੰਦਾ ਕੁਝ ਇਕੱਠਾ ਕਰ ਰਿਹਾ, ਕੁਝ ਹਾਸਲ ਕਰ ਰਿਹਾ, ਉਹਨੂੰ ਆਪਾਂ ਸਾਧਨਾ ਕਹਿ ਦਿੰਦੇ ਆ। ਮੰਨ ਲਓ ਕੋਈ ਜੋਗੀ ਆ ਜੀ, ਜੰਗਲ ਦੇ ਵਿੱਚ ਬੈਠ ਕੇ ਸਰੀਰ ਨੂੰ ਕਸ਼ਟ ਦੇ ਰਿਹਾ, ਆਪਣੇ 9 ਦਰਵਾਜ਼ੇ ਸਾਧ ਰਿਹਾ, ਹੁਣ ਮਿਹਨਤ ਕਰ ਰਿਹਾ, ਤੇ ਇਹ ਮਿਹਨਤ ਕਰਕੇ ਆਪਣੇ ਮਨ ਨੂੰ ਇਕਾਗਰ ਕਰਨ ਦਾ ਯਤਨ ਕਰ ਰਿਹਾ, ਇਹਨੂੰ ਕੀ ਕਹਿੰਦੇ ਨੇ? ਸਾਧਨਾ। ਵੈਸੇ ਇਹ ਸਾਧਨਾ ਸ਼ਬਦ ਬਹੁਤੀ ਵਾਰ ਅਧਿਆਤਮਿਕ ਤੌਰ ਤੇ ਵਰਤਿਆ ਗਿਆ ਹੈ, ਪਰ ਆਪਾਂ ਇਹਦੇ ਅਰਥ ਦੁਨਿਆਵੀ ਤੌਰ ਤੇ ਵੀ ਕਰ ਸਕਦੇ ਹਾਂ। ਮੰਨ ਲਓ ਕੋਈ ਕੀਰਤਨ ਸਿੱਖ ਰਿਹਾ, ਹੁਣ ਅੰਮ੍ਰਿਤ ਵੇਲੇ ਉੱਠ ਕੇ ਉਹ ਸੱਜਣ ਕਿੰਨਾ ਸਮਾਂ ਰਿਆਜ਼ ਕਰਦਾ, ਫਿਰ ਕਿੰਨੇ ਰਾਗ ਸਿੱਖਦਾ, ਕਿੰਨੇ ਬਚਨ ਕੰਠ ਕਰਦਾ ਹੈ। ਹੁਣ ਸਰੀਰ ਕਰਕੇ ਮਿਹਨਤ ਕਰ ਹੀ ਰਿਹਾ ਹੈ ਨਾ ਜੀ, ਸਾਧਨਾ ਕਰ ਰਿਹਾ, ਤੇ ਇਹ ਸਾਧਨਾ ਕਰ ਕਰਕੇ ਫਿਰ ਗੁਣਾਂ ਨੂੰ ਧਾਰਨ ਕਰ ਰਿਹਾ। ਕੋਈ ਬੰਦਾ ਮਿਹਨਤ ਕਰਕੇ ਆਪਣਾ ਬਿਜ਼ਨਸ ਦਾ ਅੰਪਾਇਰ ਖੜਾ ਕਰਦਾ, ਇੰਨੀ ਮਿਹਨਤ ਕੀਤੀ ਵੀ ਰਾਤ ਦਿਨ ਭੁੱਲ ਗਿਆ, ਇੰਨਾ ਸੰਘਰਸ਼ ਕਰਕੇ, ਇੰਨੀ ਮਿਹਨਤ ਕਰਕੇ ਆਪਣੀ ਵੱਡੀ ਇੰਡਸਟਰੀ ਖੜੀ ਕਰ ਦਿੰਦਾ ਹੈ। ਕਿਵੇਂ ਕੀਤੀ? ਸਾਧਨਾ ਕਰਕੇ, ਮਿਹਨਤ ਪੂਰੀ ਕੀਤੀ ਹੈ। ਤਾਂ ਸਤਿਗੁਰੂ ਜੀ ਨੇ ਇਹ ਬਚਨ ਜਿਹਨੂੰ ਪ੍ਰਥਾਏ ਕਰਕੇ ਕਿਹਾ, ਇਹ ਉਹਨੂੰ ਕਿਹਾ ਜਿਹਦੇ ਲਈ ਸ਼ਬਦ ਵਰਤਿਆ ਮਹਾਰਾਜ ਨੇ ਸਾਧੋ, ਕਿ ਇਹ ਸਾਧਨਾ ਕਰਨ ਵਾਲਿਆ। ਕਿਉਂਕਿ ਆਮ ਤੌਰ ਤੇ ਸਾਧ ਸੰਗਤ ਕੋਈ ਬੰਦਾ ਸਾਧਨਾ ਕਰਕੇ, ਮਿਹਨਤ ਕਰਕੇ ਕੋਈ ਗੁਣ ਜਾਂ ਕੋਈ ਪਦਾਰਥ ਨੂੰ ਹਾਸਲ ਕਰ ਲਵੇ ਨਾ ਜੀ, ਉਹਦੇ ਮਨ ਦੇ ਅੰਦਰ ਮਾਣ ਆ ਹੀ ਜਾਂਦਾ ਵੀ ਮੈਂ ਕਰਨ ਵਾਲਾ, ਜੇ ਮੈਂ ਨਾ ਕਰਦਾ ਤੇ ਹੋ ਹੀ ਨਹੀਂ ਸੀ ਸਕਣਾ। ਇਸ ਕਰਕੇ ਮਹਾਰਾਜ ਨੇ ਇਹ ਸਭ ਤੋਂ ਪਹਿਲਾਂ ਇਹ ਉਪਦੇਸ਼ ਹੀ ਉਸ ਬੰਦੇ ਨੂੰ ਦਿੱਤਾ ਜਿਹੜਾ ਬੰਦਾ ਮਿਹਨਤ ਕਰ ਰਿਹਾ, ਕਿ ਭਾਈ ਤੂੰ ਮਿਹਨਤ ਕਰ ਰਿਹਾ ਪਰ ਕਿਤੇ ਤੇਰੀ ਕੀਤੀ ਮਿਹਨਤ ਦਾ ਤੈਨੂੰ ਹੰਕਾਰ ਨਾ ਹੋ ਜਾਵੇ। ਪਰ ਇੱਥੋਂ ਇਹ ਵੀ ਨਹੀਂ ਸਮਝ ਲੈਣਾ ਕਿ ਜਿਸ ਬੰਦੇ ਦੇ ਪੱਲੇ ਕੁਝ ਨਹੀਂ, ਜਿਹੜਾ ਕੁਝ ਨਹੀਂ ਕਰਦਾ, ਆਲਸੀ ਬੰਦਾ ਹੈ, ਉਹ ਹੰਕਾਰੀ ਨਹੀਂ ਹੋ ਸਕਦਾ, ਉਹ ਵੀ ਹੰਕਾਰੀ ਹੋ ਸਕਦਾ। ਤੇ ਉਹਦੇ ਲਈ ਮਹਾਰਾਜ ਨੇ ਫਿਰ ਬਚਨ ਵਰਤਿਆ, ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਮਹਾਰਾਜ ਕਹਿੰਦੇ ਅਸਲ ਦੇ ਵਿੱਚ ਜਿਹਦੇ ਪੱਲੇ ਕੁਝ ਨਹੀਂ ਤੇ ਗੁਣਾ ਤੋਂ ਬਿਨਾਂ ਹੀ ਹੰਕਾਰ ਕਰੀ ਜਾਂਦਾ, ਉਹ ਤਾਂ ਅਸਲ ਦੇ ਵਿੱਚ ਖੋਤਾ ਹੈ। ਉਹਨੂੰ ਤਾਂ ਮਹਾਰਾਜ ਨੇ ਖੋਤਾ ਕਹਿ ਦਿੱਤਾ। ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਕਰਬ ਕਰੰਤ। ਗੁਣ ਹੈ ਨਹੀਂ, ਪੱਲੇ ਕੁਝ ਨਹੀਂ, ਐਵੇਂ ਫੁਕਰੀਆਂ ਮਾਰੀ ਜਾਂਦਾ, ਇਹ ਤਾਂ ਖੋਤਾ। ਉਹਦੇ ਲਈ ਤਾਂ ਸ਼ਬਦ ਖੋਤਾ ਵਰਤਿਆ। ਪਰ ਹੁਣ ਜਿਹੜੇ ਬੰਦੇ ਨੂੰ ਕੋਈ ਨਾ ਕੋਈ ਉਹਨੇ ਗੁਣ ਧਾਰਨ ਕਰ ਲਿਆ, ਉਹਦੇ ਵਿੱਚ ਹੰਕਾਰ ਆ ਜਾਣਾ, ਮਾਣ ਆ ਜਾਣਾ, ਇਹ ਸੁਭਾਵਿਕ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਸਾਧੋ ਮਨ ਕਾ ਮਾਣ ਤਿਆਗੋ। ਭਾਈ ਤੂੰ ਮਿਹਨਤ ਕਰਕੇ ਬੜਾ ਕੁਝ ਹਾਸਲ ਕਰ ਰਿਹਾ, ਆਪਣੇ ਮਨ ਦਾ ਮਾਣ ਤਿਆਗ ਦੇ, ਕਿਤੇ ਆਪਣੇ ਗੁਣਾਂ ਦਾ ਹੰਕਾਰ ਨਾ ਕਰ ਬੈਠੀ। ਵੈਸੇ ਸਾਧ ਸੰਗਤ ਜੇ ਅਸੀਂ ਗੁਰਬਾਣੀ ਦੇ ਅਨੁਸਾਰ ਦੇਖੀਏ ਨਾ ਸਾਧ ਸੰਗਤ, ਕੋਈ ਵੀ ਐਸੀ ਦੁਨੀਆ ਦੇ ਵਿੱਚ ਚੀਜ਼ ਨਹੀਂ ਜਿਹਦੇ ਤੇ ਹੰਕਾਰ ਕੀਤਾ ਜਾ ਸਕਦਾ, ਕਿਉਂਕਿ ਕੁਝ ਹੈ ਹੀ ਨਹੀਂ ਸਾਡਾ। ਮਾਣ ਤਾਂ ਉਹਦੇ ਤੇ ਕੀਤਾ ਜਾਂਦਾ ਹੈ ਨਾ ਜਿਹੜੀ ਚੀਜ਼ ਸਾਡੀ ਹੋਵੇ। ਹੁਣ ਤੁਸੀਂ ਦੇਖੋ ਕੋਈ ਬੰਦਾ ਆਪਣੀ ਤਾਕਤ ਤੇ ਮਾਣ ਕਰਦਾ ਹੈ। ਕਿਸੇ ਵੀਰ ਨੇ ਬੜੀ ਸੋਹਣੀ ਦਲੀਲ ਦਿੱਤੀ ਸੀ, ਕਹਿੰਦੇ ਵੀ ਬੰਦਾ ਆਪਣੀ ਤਾਕਤ ਤੇ ਮਾਣ ਕਰਦਾ ਹੈ। ਉਹ ਭਲਿਆ ਪੁਰਸ਼ਾ ਤੂੰ ਆਪਣੀ ਤਾਕਤ ਤੇ ਮਾਣ ਤਾਂ ਕਰ ਜੇ ਚੀਜ਼ ਤੇਰੀ ਹੋਵੇ। ਹੁਣ ਤੁਸੀਂ ਦੇਖੋ ਜਿਹੜੀ ਚੀਜ਼ ਮੇਰੀ ਹੋਵੇ ਨਾ, ਉਹ ਚੀਜ਼ ਕਦੋਂ ਮੇਰੇ ਕੋਲੋਂ ਜਾਵੇ, ਕਦੋਂ ਮੈਂ ਵੇਚਣੀ ਆ, ਕਦੋਂ ਕਿਸੇ ਨੂੰ ਦੇਵਾਂ, ਉਹ ਮੇਰੀ ਮਰਜ਼ੀ ਚੱਲੇਗੀ ਨਾ। ਹੁਣ ਮੰਨ ਲਓ ਕਿਸੇ ਕੋਲ ਕਾਰ ਹੈ ਜੀ, ਹੁਣ ਕਾਰ ਉਹਦੀ ਆਪਣੀ, ਉਹਨੇ ਰਜਿਸਟਰੀ ਕਰਾਈ ਉਹਦੀ,
ਆਪਣੇ ਨਾਮ ਕਰਾਈ, ਉਹਨੂੰ ਆਪਣੀ ਸਮਝਦਾ। ਵੈਸੇ ਦੂਰ ਦ੍ਰਿਸ਼ਟੀ ਨਾਲ ਦੇਖੇ ਕਾਰ ਵੀ ਆਪਣੀ ਨਹੀਂ। ਜਦੋਂ ਬੰਦੇ ਨੇ ਮਰ ਕੇ ਸਿਵਿਆਂ 'ਚ ਜਾਣਾ ਹੈ, ਮਰ ਜਾਣਾ ਹੈ, ਸਰੀਰ ਖਤਮ ਹੋ ਜਾਣਾ, ਕਿਹੜੀਆਂ ਕਾਰਾਂ ਨਾਲ ਜਾਂਦੀਆਂ ਨੇ। ਲੰਮੀ ਦ੍ਰਿਸ਼ਟੀ ਨਾਲ ਦੇਖੀ ਤੇ ਕਾਰਾਂ ਕੋਠੀਆਂ ਵੀ ਸਾਡੀਆਂ ਨਹੀਂ, ਪਰ ਫਿਰ ਵੀ ਆਪਾਂ ਛੋਟੇ ਦਾਇਰੇ ਦੇ ਵਿੱਚ ਇੱਕ ਉਦਾਹਰਨ ਲੈ ਕੇ ਸਮਝ ਲਈਏ। ਮੰਨ ਲਓ ਕਿਸੇ ਦੀ ਕਾਰ ਆਪਣੀ ਹੈ ਤੇ ਉਹਦੀ ਆਪਣੀ ਕਾਰ ਕਿਸੇ ਨੂੰ ਦੇਣੀ ਆ ਕਿ ਨਹੀਂ ਦੇਣੀ, ਉਹਦੀ ਮਰਜ਼ੀ ਚੱਲੇਗੀ। ਮੰਨ ਲਓ ਕੋਈ ਮੰਗਣ ਆ ਗਿਆ, ਭਾਈ ਮੈਨੂੰ ਅੱਜ ਦਾ ਦਿਨ ਕਾਰ ਦੇ ਦੇ, ਹੁਣ ਉਹਨੂੰ ਦੇਣੀ ਆ ਕਿ ਨਹੀਂ, ਉਹਦੀ ਆਪਣੀ ਮਰਜ਼ੀ ਚੱਲੇਗੀ। ਜਿਹਦੀ ਉਹ ਕਾਰ ਹੈ, ਜਿਹਦੀ ਕਾਰ, ਜਿਹੜਾ ਉਹ ਕਾਰ ਦਾ ਮਾਲਕ ਹੈ, ਉਹਦੀ ਮਰਜ਼ੀ ਚੱਲੇਗੀ। ਤੇ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜੇ ਤੇਰੀ ਤਾਕਤ ਆਪਣੀ ਹੁੰਦੀ ਤੇ ਇਹ ਤਾਕਤ ਕਦੋਂ ਜਾਣੀ ਆ, ਤੇਰੀ ਮਰਜ਼ੀ ਚੱਲਣੀ ਸੀ। ਜਦੋਂ ਬੁਢੇਪਾ ਆਉਂਦਾ, ਬੰਦਾ ਚਾਹੁੰਦਾ ਮੇਰੀ ਤਾਕਤ ਜਾਵੇ, ਨਾ ਇਹਦੀ ਮਰਜ਼ੀ ਨਾਲ ਤਾਕਤ ਆਈ ਸੀ ਤੇ ਨਾ ਇਹਦੀ ਮਰਜ਼ੀ ਨਾਲ ਜਾਵੇਗੀ। ਹੁਣ ਜਦੋਂ ਜਵਾਨ ਹੁੰਦਾ ਹੈ, ਪਰਮਾਤਮਾ ਵੱਲੋਂ ਇਹਦੇ ਤਾਕਤ ਆਉਂਦੀ ਆ, ਸਰੀਰ ਦੇ ਵਿੱਚ ਕੁਝ ਕਰਨ ਦੇ ਸਮਰੱਥ ਹੁੰਦਾ ਹੈ। ਤੇ ਬੁਢੇਪਾ ਹੁੰਦਾ ਹੈ, ਜਦੋਂ ਬੁਢੇਪਾ ਆਉਂਦਾ ਹੈ ਉਹੀ ਹੱਥ ਕੰਬਣ ਲੱਗ ਜਾਂਦੇ, ਤਾਕਤ ਕਿੱਥੇ ਗਈ? ਤੇ ਕੀ ਇਹਦੀ ਮਰਜ਼ੀ ਨਾਲ ਗਈ ਹੈ? ਤੇ ਜਿਹੜੀ ਚੀਜ਼ ਆਉਣਾ ਆਪਣੀ ਮਰਜ਼ੀ ਨਾਲ ਨਹੀਂ ਸੀ, ਜਿਹੜੀ ਚੀਜ਼ ਦਾ ਜਾਣਾ ਆਪਣੀ ਮਰਜ਼ੀ ਨਾਲ ਨਹੀਂ, ਤੇ ਫਿਰ ਉਹ ਚੀਜ਼ ਆਪਣੀ ਵੀ ਕਿਵੇਂ ਹੋਈ? ਤੇ ਉਹਦੇ ਤੇ ਮਾਣ ਵੀ ਕਿਉਂ ਕਰਨਾ? ਤੇ ਸਤਿਗੁਰੂ ਜੀ ਨੇ ਤਾਂ ਹੀ ਗੁਰਬਾਣੀ ਦੇ ਵਿੱਚ ਇਹ ਬਚਨ ਕਿਹਾ ਥੋੜੜੀ ਬਾਤ ਗੁਮਾਨ। ਬਸ ਇੰਨੀ ਕੁ ਗੱਲ ਤੇ ਮਾਣ ਕਰਦਾ ਪਿਆ। ਇਹ ਥੋੜੀ ਜੀ ਗੱਲ ਤੇ ਜਿਹੜੀ ਚੀਜ਼ ਰਹਿਣੀ ਥੋੜੇ ਸਮੇਂ ਵਾਸਤੇ ਹੈ, ਉਹਦੇ ਤੇ ਮਾਣ ਕਰਨਾ ਚੰਗੀ ਗੱਲ ਨਹੀਂ। ਸਾਧੋ ਮਨ ਕਾ ਮਾਣ ਤਿਆਗੋ। ਸਤਿਗੁਰੂ ਜੀ ਦਾ ਬਚਨ ਆਉਂਦਾ ਹੈ ਜੀ ਗੁਰਬਾਣੀ ਦੇ ਵਿੱਚ। ਮਹਾਰਾਜ ਕਹਿੰਦੇ ਗੋਇਲ ਆਇਆ ਗੋਇਲੀ, ਕਿਆ ਤਿਸ ਡੰਫ ਪਸਾਰ, ਮੁਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ, ਹਰ ਗੁਣ ਗਾਏ ਮਨਾ ਸਤਿਗੁਰ ਸੇਵ ਪਿਆਰ, ਕਿਆ ਥੋੜੜੀ ਬਾਤ ਗੁਮਾਨ। ਆ ਜਿਹੜੇ ਗੁੱਜਰ ਨੇ ਜੀ, ਗਾਵਾਂ ਮੱਝਾਂ ਚਰਾਉਣ ਜਾਂਦੇ ਨੇ, ਮੰਨ ਲਓ ਹੁਣ ਜਿਹੜੀ ਥਾਂ ਤੇ ਮੱਝਾਂ ਜਾਂ ਗਾਵਾਂ ਚਰਾਉਣ ਗਏ, ਉਹ ਥਾਂ ਉਹਨਾਂ ਦੀ ਆਪਣੀ ਨਹੀਂ, ਬਸ ਕੁਝ ਸਮੇਂ ਵਾਸਤੇ ਉੱਥੇ ਟਿਕਾਣਾ ਕਰਨਾ ਹੈ। ਤੇ ਜੇ ਕੋਈ ਗੁੱਜਰ ਉੱਥੇ ਹੀ ਪਸਾਰਾ ਕਰਕੇ ਬੈਠ ਜਾਵੇ ਤੇ ਹੰਕਾਰ ਕਰਕੇ ਕਵੇ ਵੀ ਇਹ ਸਾਰਾ ਕੁਝ ਮੇਰਾ ਹੈ, ਤੇ ਮਹਾਰਾਜ ਕਹਿੰਦੇ ਭਲਿਆ ਪੁਰਸ਼ਾ, ਬਸ ਕੁਝ ਸਮੇਂ ਵਾਸਤੇ ਇੱਥੇ ਟਿਕਣਾ ਹੈ। ਸਮਾਂ ਲੰਘਿਆ ਤੇ ਆਪਣਾ ਮਾਲ ਡੰਗਰ ਲੈ ਕੇ ਵਾਪਸ ਮੁੜ ਜਾਣਾ ਹੈ। ਤੇ ਜਿਹੜੀ ਚੀਜ਼ ਤੇ ਹੈ ਹੀ ਤੇਰਾ ਟਿਕਾਣਾ ਥੋੜੇ ਸਮੇਂ ਵਾਸਤੇ, ਉਹਦੇ ਤੇ ਮਾਣ ਕਰਦਾ ਪਿਆ। ਕਿਆ ਥੋੜੜੀ ਬਾਤ ਗੁਮਾਨ। ਗੋਇਲ ਆਇਆ ਗੋਇਲੀ, ਕਿਆ ਤਿਸ ਡੰਫ ਪਸਾਰ, ਮੁਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ, ਹਰ ਗੁਣ ਗਾਏ ਮਨਾ ਸਤਿਗੁਰ ਸੇਵ ਪਿਆਰ, ਕਿਆ ਥੋੜੜੀ ਬਾਤ ਗੁਮਾਨ। ਰਹਾਓ ਜੈਸੇ ਰੈਨ ਪਰਹੁਣਾ, ਉੱਠ ਚਲ ਸੇ ਪ੍ਰਭਾਤ, ਕਿਆ ਤੂੰ ਰੱਤਾ ਗ੍ਰਸਤ ਸਿਓ ਸਭ ਫੁੱਲਾਂ ਕੀ ਬਾਗਾਤ। ਮਹਾਰਾਜ ਕਹਿੰਦੇ ਜਿਵੇਂ ਪ੍ਰਾਹੁਣਾ ਕਿਸੇ ਦੇ ਘਰ ਆਉਂਦਾ ਹੈ, ਕਿਸੇ ਦੇ ਘਰ ਉਹਨੇ ਰਾਤ ਟਿਕਣਾ, ਬਸ ਰਾਤ ਵਾਸਤੇ ਰਹਿਣਾ ਹੈ। ਤੇ ਜਿਹਦੇ ਘਰ ਟਿਕਿਆ ਉਹਦੀ ਕੋਠੀ ਬੜੀ ਵੱਡੀ ਹੈ, ਕਮਰੇ ਬੜੇ ਸੋਹਣੇ ਨੇ, ਏਸੀ ਲੱਗਾ, ਬੜੀਆਂ ਸੋਹਣੀ ਫੈਸਿਲਿਟੀਆਂ ਨੇ, ਤੇ ਇਹ ਪ੍ਰਾਹੁਣੇ ਨੇ ਰਹਿਣਾ ਬਸ ਰਾਤ ਵਾਸਤੇ ਆ। ਤੇ ਜੇ ਉਹ ਰਾਤ ਵਾਸਤੇ ਰਹਿਣ ਵਾਲਾ ਹੰਕਾਰ ਕਰਕੇ ਕਵੇ ਦੇਖੋ ਜੀ ਕੋਠੀ ਬੜੀ ਤਕੜੀ ਏ, ਮੈਂ ਤਾਂ ਬੜੇ ਸੋਹਣੇ ਕਮਰੇ 'ਚ ਸੌ ਰਿਹਾ, ਬੜੇ ਸੋਹਣੇ ਗਦੇਲਿਆਂ ਤੇ ਸੌ ਰਿਹਾ, ਤੇ ਮਹਾਰਾਜ ਕਹਿੰਦੇ ਰਹਿਣਾ ਰਾਤ ਵਾਸਤੇ ਹੈ, ਸੁਬਾਹ ਹੋਣੀ ਏ ਤੇ ਤੂੰ ਇੱਥੋਂ ਚਲੇ ਜਾਣਾ ਹੈ, ਤੇ ਜਿੱਥੇ ਟਿਕਾਣਾ ਹੀ ਕੁਝ ਸਮੇਂ ਵਾਸਤੇ, ਉਹਦੇ ਤੇ ਮਾਣ ਕਰਨਾ ਚੰਗੀ ਗੱਲ ਨਹੀਂ। ਕਿਆ ਥੋੜੜੀ ਬਾਤ ਗੁਮਾਨ। ਜੈਸੇ ਰੈਨ ਪਰਹੁਣਾ, ਉੱਠ ਚਲ ਸੇ ਪ੍ਰਭਾਤ, ਕਿਆ ਤੂੰ ਰੱਤਾ ਗ੍ਰਸਤ ਸਿਓ ਸਭ ਫੁੱਲਾਂ ਕੀ ਬਾਗਾਤ। ਇਹ ਗ੍ਰਸਤ ਦੇ ਵਿੱਚ ਰਹਿ ਕੇ ਬੰਦਾ ਮਾਣ ਕਰਦਾ ਹੈ। ਮਹਾਰਾਜ ਕਹਿੰਦੇ ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਫੁੱਲ ਖਿੜਿਆ, ਕੁਝ ਸਮੇਂ ਵਾਸਤੇ ਖਿੜਿਆ ਤੇ ਕੁਝ ਸਮੇਂ ਬਾਅਦ ਮੁਰਝਾ ਜਾਣਾ ਹੈ। ਅੱਜ ਤੇਰੀ ਜ਼ਿੰਦਗੀ ਖਿੜੀ ਹੈ, ਸਮਾਂ ਆਉਣਾ ਜ਼ਿੰਦਗੀ ਨੇ ਵੀ ਮੁਰਝਾ ਜਾਣਾ ਹੈ। ਇਸ ਕਰਕੇ ਇਸ ਜ਼ਿੰਦਗੀ ਤੇ ਵੀ ਮਾਣ ਕਰਨਾ ਚੰਗੀ ਗੱਲ ਨਹੀਂ। ਜੈਸੇ ਰੈਨ ਪਰਹੁਣਾ, ਉੱਠ ਚੱਲ ਸੇ ਪ੍ਰਭਾਤ, ਕਿਆ ਤੂੰ ਰੱਤਾ ਗ੍ਰਸਤ ਸਿਓ ਸਭ ਫੁੱਲਾਂ ਕੀ ਬਾਗਾਤ। ਮੇਰੀ ਮੇਰੀ ਕਿਆ ਕਰੇ, ਜਿਨ ਦਿਆ ਸੋ ਪ੍ਰਭ ਲੋੜ, ਸਾਧੂ ਮਨ ਕਾ ਮਾਣ ਤਿਆਗੋ। ਮੇਰੀ ਮੇਰੀ ਕਿਆ ਕਰੇ, ਜਿਨ ਦਿਆ ਸੋ ਪ੍ਰਭ ਲੋੜ। ਕਿਉਂ ਮੇਰੀ ਮੇਰੀ ਕਰਦਾ ਪਿਆ ਵੀ ਮੈਂ ਕਥਾ ਕਰਦਾ ਹੈ, ਮੈਂ ਕੀਰਤਨ ਕਰਦਾ ਹੈ, ਮੇਰੀ ਕੋਠੀ, ਮੇਰਾ ਧਨ, ਮੇਰਾ ਪਦਾਰਥ, ਮੇਰੀ ਕਾਰ, ਮੇਰੀ ਕੰਪਨੀ। ਮਹਾਰਾਜ ਕਹਿੰਦੇ ਮੇਰੀ ਮੇਰੀ ਕਿਉਂ ਕਰਨ ਦਿਆ। ਜਿਸ ਪਰਮਾਤਮਾ ਨੇ ਤੈਨੂੰ ਸਭ ਕੁਝ ਦਿੱਤਾ ਹੈ ਉਸ ਪਰਮਾਤਮਾ ਨੂੰ ਚੇਤੇ ਕਰ। ਮੇਰੀ ਮੇਰੀ ਕਿਆ ਕਰੇ, ਜਿਨ ਦਿਆ ਸੋ ਪ੍ਰਭ ਲੋੜ, ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ। ਮਹਾਰਾਜ ਕਹਿੰਦੇ ਜਿਹੜੇ ਲੱਖਾਂ ਕਰੋੜਾਂ ਤੇ ਤੈਨੂੰ ਮਾਣ ਹੈ ਨਾ, ਇਹ ਵੀ ਇੱਕ ਦਿਨ ਛੱਡ ਕੇ ਚਲੇ ਜਾਣਾ ਹੈ। ਇਸ ਕਰਕੇ ਮਾਣ ਕਰਨਾ ਚੰਗੀ ਗੱਲ ਨਹੀਂ। ਸਾਧੋ ਮਨ ਕਾ ਮਾਣ ਤਿਆਗੋ। ਭਾਈ ਤੇਰੇ ਕੋਲ ਕੋਈ ਵੀ ਗੁਣ ਹੈ, ਉਹਦਾ ਮਾਣ ਛੱਡ ਦੇ, ਮਾਣ ਕਰਨਾ ਚੰਗੀ ਗੱਲ ਨਹੀਂ। ਵੈਸੇ ਤਾਂ ਸਾਧ ਸੰਗਤ ਆਪਾਂ ਅਧਿਆਤਮਕ ਗੁਣਾਂ ਤੇ ਵੀ ਆਵਾਂਗੇ, ਬੰਦੇ ਨੂੰ ਅਧਿਆਤਮਕ ਗੁਣਾਂ ਦਾ ਵੀ ਮਾਣ ਹੋ ਜਾਂਦਾ। ਕੋਈ ਬੰਦਾ ਗੀਤ ਨਹੀਂ ਸੁਣਦਾ, ਉਹਨੂੰ ਇਹਦੇ ਤੇ ਮਾਣ ਹੋ ਜਾਂਦਾ ਵੀ ਮੈਂ ਨਹੀਂ ਕਦੀ ਸੁਣਦਾ ਜੀ, ਮੇਰੇ ਤੋਂ ਤਾਂ ਚੰਗਾ ਹੀ ਕੋਈ ਨਹੀਂ।
ਕੋਈ ਬੰਦਾ ਗਲਤ ਨਹੀਂ ਦੇਖਦਾ, ਉਹਨੂੰ ਇਹਦੇ ਤੇ ਹੰਕਾਰ ਹੋ ਜਾਂਦਾ ਵੀ ਮੇਰੇ ਤੋਂ ਤਾਂ ਚੰਗਾ ਹੀ ਕੋਈ ਨਹੀਂ, ਕਿਉਂਕਿ ਮੈਂ ਕੁਝ ਗਲਤ ਨਹੀਂ ਦੇਖਦਾ। ਕੋਈ ਨਿਤਨੇਮ ਕਰਦਾ ਹੈ, ਉਹਦੇ ਤੇ ਹੰਕਾਰ ਕਰਕੇ ਬੈਠ ਜਾਂਦਾ ਵੀ ਮੇਰੇ ਤੋਂ ਵੱਧ ਬਾਣੀਆਂ ਕੌਣ ਪੜ੍ਹ ਲੈਂਦਾ, ਮੇਰੇ ਤੋਂ ਸ਼ੁੱਧ ਬਾਣੀ ਕੌਣ ਪੜ੍ਹਦਾ। ਅਧਿਆਤਮਕ ਗੁਣਾਂ ਤੇ ਵੀ ਮਾਣ ਆ ਜਾਂਦਾ ਹੈ। ਆਪਾਂ ਇਹਨਾਂ ਸੂਖਮ ਗੁਣਾਂ ਤੇ ਵੀ ਆਵਾਂਗੇ, ਪਰ ਸ਼ੁਰੂਆਤ ਪਹਿਲਾਂ ਆਪਾਂ ਅਸਥੂਲ ਚੀਜ਼ਾਂ ਤੋਂ ਕਰਦੇ ਹਾਂ। ਸਾਧ ਸੰਗਤ, ਮੋਟੀ ਮੋਟੀ ਇੱਕ ਇੱਕ ਚੀਜ਼ ਵਿਚਾਰਦੇ ਹਾਂ ਵੀ ਬੰਦਾ ਕਿਹੜੀ ਕਿਹੜੀ ਚੀਜ਼ ਤੇ ਮਾਣ ਕਰਦਾ ਹੈ, ਤੇ ਫਿਰ ਉਹਦੇ ਸੰਬੰਧ ਵਿੱਚ ਸਤਿਗੁਰੂ ਜੀ ਨੇ ਕੀ ਉਪਦੇਸ਼ ਦਿੱਤਾ। ਤੁਸੀਂ ਦੇਖੋ, ਸਭ ਤੋਂ ਪਹਿਲਾਂ ਬੰਦਾ ਮਾਣ ਕਰਦਾ ਜੇ ਕਿਸੇ ਕੋਲ ਫੈਸਿਲਿਟੀਆਂ ਬੜੀਆਂ ਹੋਣ, 4 ਬੰਦੇ ਉਹਦੇ ਨਾਲ ਚੱਲਦੇ ਨੇ, ਬੜਾ ਸੋਹਣਾ ਉਹਦਾ ਮਾਹੌਲ ਹੈ, ਬੜੀਆਂ ਸੋਹਣੀਆਂ ਫੈਸਿਲਿਟੀਆਂ ਨੇ, ਤੇ ਬੰਦਾ ਉਹਦੇ ਤੇ ਮਾਣ ਕਰਦਾ ਹੈ। ਤੇ ਸਤਿਗੁਰੂ ਜੀ ਨੇ ਫਿਰ ਉਹਨੂੰ ਸਮਝਾਉਣ ਲਈ ਇਹ ਬਚਨ ਵਰਤਿਆ। ਮਹਾਰਾਜ ਕਹਿੰਦੇ, ਭਾਈ ਕਬੀਰ ਗਰਬ ਨਾ ਕੀਜੀਐ ਚਾਮ ਲਪੇਟੇ ਹਾੜ। ਮਹਾਰਾਜ ਕਹਿੰਦੇ ਹੰਕਾਰ ਨਾ ਕਰ, ਸਰੀਰ ਤੇ ਮਾਣ ਕਰਦਾ ਪਿਆ, ਬਸ ਹੱਡੀਆਂ ਤੇ ਚੰਮ ਲਪੇਟਿਆ, ਹੋਰ ਕੁਝ ਵੀ ਨਹੀਂ। ਕਬੀਰ ਗਰਬ ਨਾ ਕੀਜੀਐ ਚਾਮ ਲਪੇਟੇ ਹਾੜ, ਹੈਵਰ ਉਪਰ ਛਤਰ ਤਰ ਤੇ ਫੁਨ ਧਰਨੀ ਗਾੜ। ਮਹਾਰਾਜ ਕਹਿੰਦੇ ਤੈਨੂੰ ਆਪਣੀਆਂ ਫੈਸਿਲਿਟੀਆਂ ਤੇ ਮਾਣ ਹੈ ਵੀ ਤੇਰੇ ਕੋਲ ਲਾਮ ਲਸ਼ਕਰ ਬਹੁਤ ਹੈ, ਹਾਥੀ ਘੋੜੇ ਬਹੁਤ ਨੇ, ਤੇ ਮਹਾਰਾਜ ਕਹਿੰਦੇ ਇਹਨਾਂ ਚੀਜ਼ਾਂ ਤੇ ਮਾਣ ਨਾ ਕਰ। ਅੱਜ ਜਿਹੜੀ ਸਿਕਿਉਰਿਟੀ ਤੇਰੇ ਨਾਲ ਚੱਲਦੀ ਪਈ ਆ, ਅੱਜ ਦੀ ਡੇਟ ਵਿੱਚ ਸਮਝ ਲਈਏ, ਜੇ ਕਿਸੇ ਦੀ ਬੰਦੇ ਦੀ ਸਿਕਿਉਰਿਟੀ ਦੇ ਵਿੱਚ 4 ਬੰਦੇ ਹੋਣ, ਬੜੇ ਸੋਹਣੀਆਂ ਉਹਦੇ ਕੋਲ ਫੈਸਿਲਿਟੀਆਂ ਨੇ, ਤੇ ਬੰਦਾ ਮਾਣ ਕਰਕੇ ਕਵੇ ਵੀ ਮੇਰੇ ਤੋਂ ਵਧੀਆ ਬੰਦਾ ਹੀ ਕੋਈ ਨਹੀਂ, VIP ਬੰਦਾ ਹੈ, ਉਹਦੀ ਗੱਡੀ ਤੇ ਲਾਲ ਬੱਤੀ ਲੱਗੀ ਹੈ, ਤੇ ਬੰਦੇ ਲਾਲ ਬੱਤੀਆਂ ਤੇ ਮਾਣ ਕਰਕੇ ਬੈਠ ਜਾਂਦੇ ਨੇ ਵੀ ਮੇਰੇ ਤੋਂ VIP ਕੋਈ ਹੋ ਹੀ ਨਹੀਂ ਸਕਦਾ, ਮੈਂ ਸਭ ਤੋਂ ਇੰਪੋਰਟੈਂਟ ਬੰਦਾ ਹਾਂ ਇਸ ਦੇਸ਼ ਦਾ, ਮੇਰੀ ਗੱਡੀ ਤੇ ਲਾਲ ਬੱਤੀ, ਤੇ ਮੇਰੇ ਵਰਗਾ ਕੋਈ ਵੀ ਨਹੀਂ। ਤੇ ਮਹਾਰਾਜ ਕਹਿੰਦੇ ਅੱਜ ਜਿਹੜੀਆਂ ਫੈਸਿਲਿਟੀਆਂ ਤੇ ਮਾਣ ਕਰਦਾ ਪਿਆ ਹੈ, ਜਿਹੜੀ ਸਿਕਿਉਰਿਟੀ ਤੇ ਮਾਣ ਕਰਦਾ ਪਿਆ ਹੈ, ਸਮਾਂ ਆਉਣਾ ਹੈ ਜਦੋਂ ਮੌਤ ਆਈ ਉਹਨਾਂ ਹੀ 4 ਬੰਦਿਆਂ ਨੇ ਤੈਨੂੰ ਧਰਤੀ 'ਚ ਗੱਡ ਕੇ ਆ ਜਾਣਾ। ਕਿਹੜੀ ਫੈਸਿਲਿਟੀਆਂ ਤੇਰੇ ਨਾਲ ਜਾਣੀਆਂ ਨੇ? ਕਿਉਂ ਮਾਣ ਕਰਦਾ ਪਿਆ? ਕਬੀਰ ਗਰਬ ਨਾ ਕੀਜੀਐ ਚਾਮ ਲਪੇਟੇ ਹਾੜ, ਹੈਵਰ ਉਪਰ ਛਤਰ ਤਰ ਤੇ ਫੁਨ ਧਰਨੀ ਗਾੜ। ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ। ਫਿਰ ਕਿਸੇ ਨੂੰ ਮਾਣ ਹੁੰਦਾ ਹੈ ਉੱਚੀਆਂ ਕੋਠੀਆਂ ਤੇ ਮਹਾਰਾਜ ਕਹਿੰਦੇ ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਕਾਸ। ਅੱਜ ਤੂੰ ਵੱਡੀਆਂ ਕੋਠੀਆਂ ਤੇ ਮਾਣ ਕਰਦਾ ਪਿਆ, ਜਦੋਂ ਮੌਤ ਆਈ ਮਿੱਟੀ 'ਚ ਦੱਬ ਕੇ ਆ ਜਾਣਾ ਹੈ, ਲੱਕੜਾਂ 'ਚ ਸਾੜ ਕੇ ਆ ਜਾਣਾ, ਤੇ ਕਿਸੇ ਕੋਠੀਆਂ ਤੇਰੇ ਨਾਲ ਨਹੀਂ ਜਾਣਾ। ਤੇ ਜਿਹੜੀ ਚੀਜ਼ ਨੇ ਨਾਲ ਜਾਣਾ ਹੀ ਨਹੀਂ, ਉਹਦੇ ਤੇ ਮਾਣ ਕਰਨਾ ਚੰਗੀ ਗੱਲ ਨਹੀਂ। ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਕਾਸ। ਕਬੀਰ ਗਰਬ ਨਾ ਕੀਜੀਐ ਰੰਕ ਨਾ ਹਸੀਐ ਕੋਏ, ਅਜੋ ਸੁਨਾਓ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ। ਹੁਣ ਜੇ ਕਿਸੇ ਦੀ ਪਦਵੀ ਬਹੁਤ ਉੱਚੀ ਹੈ ਤੇ ਆਪਣੀ ਉੱਚੀ ਪਦਵੀ ਤੇ ਮਾਣ ਕਰੇ ਵੀ ਮੇਰੇ ਤੋਂ ਵੱਡਾ ਕੋਈ ਨਹੀਂ, ਤੇ ਕੰਗਾਲਾਂ ਤੇ ਹੱਸਦਾ ਫਿਰੇ ਵੀ ਇਹ ਤਾਂ ਗਰੀਬ ਜਿਹਾ ਬੰਦਾ, ਮੇਰੇ ਅੱਗੇ ਦੀ ਕੀ ਔਕਾਤ ਹੈ। ਕਿਸੇ ਗਰੀਬ ਬੰਦੇ ਤੇ ਹੱਸਣਾ, ਆਪਣੀ ਪਦਵੀ ਤੇ ਮਾਣ ਨਾ ਕਰ। ਮਹਾਰਾਜ ਕਹਿੰਦੇ ਤੇਰੀ ਬੇੜੀ ਵੀ ਹਜੇ ਸਮੁੰਦਰ ਵਿੱਚ, ਕੋਈ ਪਤਾ ਨਹੀਂ ਕਦੋਂ ਡੁੱਬ ਜਾਵੇ। ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ। ਅੱਜ ਤੇਰੇ ਕੋਲ ਉੱਚੀ ਪਦਵੀ ਹੈ, ਕੋਈ ਪਤਾ ਨਹੀਂ ਕੱਲ ਨੂੰ ਤੂੰ ਵੀ ਕੰਗਾਲ ਹੋ ਸਕਦਾ। ਪਦਵੀ ਤੇ ਮਾਣ ਨਾ ਕਰ, ਕੰਗਾਲਾਂ ਤੇ ਹੱਸਿਆ ਨਾ ਕਰ। ਸਾਧੋ ਮਨ ਕਾ ਮਾਣ ਤਿਆਗੋ। ਕਬੀਰ ਗਰਬ ਨਾ ਕੀਜੀਐ ਰੰਕ ਨਾ ਹਸੀਐ ਕੋਏ, ਅਜੋ ਸੁਨਾਓ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ। ਤੇਰੀ ਬੇੜੀ ਸਮੁੰਦਰ ਦੇ ਵਿਚਕਾਰ ਏ, ਕੋਈ ਪਤਾ ਨਹੀਂ ਕਦੋਂ ਡੁੱਬ ਜਾਣੀ ਏ। ਇਸ ਕਰਕੇ ਸਾਵਧਾਨ ਹੋ ਕੇ ਚੱਲੀਦਾ, ਹੰਕਾਰ ਨਹੀਂ ਕਰੀਦਾ। ਮਨ ਕਾ ਮਾਣ ਤਿਆਗੋ। ਹੁਣ ਤੁਸੀਂ ਦੇਖੋ, ਜਿਹਨੂੰ ਫੈਸਿਲਿਟੀਆਂ ਦਾ ਮਾਣ, ਤੇ ਮਹਾਰਾਜ ਨੇ ਉਹਨੂੰ ਸਮਝਾਇਆ ਇਹ ਮਾਣ ਚੰਗਾ ਨਹੀਂ। ਜਿਹਨੂੰ ਉੱਚੀਆਂ ਕੋਠੀਆਂ ਦਾ ਮਾਣ, ਮਹਾਰਾਜ ਨੇ ਉਹਨੂੰ ਉਪਦੇਸ਼ ਦਿੱਤਾ। ਜਿਸ ਬੰਦੇ ਨੂੰ ਆਪਣੇ ਅਹੁਦੇ ਤੇ ਮਾਣ ਹੈ, ਮਹਾਰਾਜ ਨੇ ਉਹਨੂੰ ਉਪਦੇਸ਼ ਦਿੱਤਾ। ਤੇ ਕਈ ਲੋਕ ਐਸੇ ਨੇ ਫਿਰ ਜਿਹੜੇ ਆਪਣੇ ਸਰੀਰ ਦੇ ਬਲ ਤੇ ਮਾਣ ਕਰਦੇ ਨੇ। ਡੌਲੇ ਬੜੇ ਤਕੜੇ ਨੇ, ਬੜੀ ਸੋਹਣੀ ਛਾਤੀ ਨਿਕਲੀ ਹੋਈ, ਬੜਾ ਸੋਹਣਾ ਸਰੀਰ ਬਣਾਇਆ ਹੈ। ਤੇ ਆਪਾਂ ਦੇਖਦੇ ਹਾਂ ਬੰਦੇ ਜਦੋਂ ਗਲੀ ਵਿੱਚ ਤੁਰਦੇ ਨੇ ਨਾ ਜੀ, ਤੇ ਕਈ ਵਾਰੀ ਛਰਟਾਂ ਵੀ ਪਾਟ ਦਿੰਦੇ ਨੇ ਵੀ ਲੋਕ ਮੇਰੀ ਬਾਡੀ ਦੇਖਣ, ਤੇ ਦੂਜਿਆਂ ਨੂੰ ਟਿੱਚ ਜਾਣਦੇ ਵੀ ਇਹ ਬੰਦਾ ਮੇਰੇ ਸਾਹਮਣੇ। ਬੰਦੇ ਆਪਣੀ ਤਾਕਤ ਤੇ ਮਾਣ ਕਰਦੇ ਨੇ। ਤੇ ਸਤਿਗੁਰੂ ਜੀ ਨੇ ਉਹਨਾਂ ਨੂੰ ਵੀ ਸਮਝਾਇਆ, ਭਾਈ ਮਿਥਯੰਤ ਦੇਹੰ ਖੀਨੰਤ ਬਲਨੰ। ਜਿਹੜੇ ਸਰੀਰ ਤੇ ਮਾਣ ਕਰਦਾ ਪਿਆ, ਇੱਕ ਦਿਨ ਇਹਨੇ ਵੀ ਮਿੱਟੀ ਹੋ ਜਾਣਾ ਹੈ, ਮਾਣ ਨਾ ਕਰ। ਮਹਾਰਾਜ ਕਹਿੰਦੇ ਜਿਹੜੀ ਤਾਕਤ ਤੇ ਮਾਣ ਕਰਦਾ ਪਿਆ, ਅੱਜ ਜਵਾਨੀ ਹੈ ਤੇ ਤੇਰੇ ਕੋਲ ਤਾਕਤ ਹੈ, ਕੱਲ ਨੂੰ ਬੁਢੇਪਾ ਆਉਣਾ ਹੈ। ਜਿਹੜੇ ਡੌਲਿਆਂ ਤੇ ਮਾਣ ਹੈ, ਬੁੱਢੇ ਹੋਣ ਤੇ ਉਹੀ ਡੌਲੇ ਕੰਬਣ ਲੱਗ ਪੈਣੇ ਨੇ। ਜਿਹੜੇ ਹੱਥਾਂ ਦੇ ਜ਼ੋਰ ਤੇ ਮਾਣ ਹੈ, ਬੁੱਢਿਆ ਹੋ ਗਿਆ, ਉਹਨਾਂ ਹੱਥਾਂ ਨਾਲ ਪਾਣੀ ਦਾ ਜੱਗ ਫੜਨਾ ਔਖਾ ਹੋ ਜਾਣਾ। ਤੇ ਕਿਹੜੀ ਚੀਜ਼ ਤੇ ਮਾਣ ਕਰਨ ਦਿਆ?
मिथयंत देहं खिनंत बलनं वरदंत जरुआ हितयंत माया अत्यंत आशा अथित पवनं गणंत स्वासा पयान धर्मं पतंत मोह कूप दुर्लभ देहं तत् आश्रयं नानक गोबिंद 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 गोपाल कृपा। महाराज कहते शरीर की ताकत ते मान ना कर, कोई पता नहीं ये ताकत कदों चली जाए। साधो मन का मान त्यागो। जिन्हों ताकत ते मान सी महाराज ने उन्होंने समझाया, ते कई लोग अपने शरीर की सुंदरता ते मान कर लेंदे ने। ते इहदे परथाए भी गुरु नानक साहब का बचन आउंदा, श्लोक 12 ते वधीक पढ़दे आ। पहला बचन आउंदा है, ओ तंगी पै ओहरी गहरी गंभीरी ससड़ सुइया किव करी। अज दी डेट विच देख लो, मैं इन्ना तजर्बा किया है। अज दी तरीक दे विच जे कोई बंदा सब तो वध जोर दे रहा है तो अपने शरीर की सुंदरता वाल जोर दे रहा है। इत्थों तक भी अपनी दिख भी आर्टिफिशियल दिखाना चाहुंदा है। पता नहीं किन्ने प्रकार दी क्रीमां लाउंदा है। फिर अजकल दीयां बीबियां बुल्लां ते सुर्खियां ला के पता नहीं की कुछ गहने गट्टे ला के ये दिखाउणा चाहुंदियां ने भी साडे तो सोहना ही कोई नहीं, साडे तो सुंदर ही कोई नहीं। तो मैं इत्थे एक बेनती करां साध संगत, जिहड़ा रूप परमात्मा ने दे दिता है ना जी, उहदे तो सोहनी कोई चीज़ नहीं। ते जे कोई असी कुछ होर देख दिखाउणा चाहुंदे आ ना जी, असी अपने आप नाल धोखा कर रहे हैं। चलो उहदा मतलब पता की हुंदा, वैसे जे बंदा कोई बुल्लां ते सुर्खी ला रहा दा मतलब पता की हुंदा है भी रब्बा तेरे दिते हुए बुल नहीं मैनूं चंगे लगे, मैं तैनूं दसदा बुल किवें दे दिखने चाहिए ने, यही कुछ कर रहे हैं। जे कोई बंदा कन्नां दे विच कांटे पा रहा, की कहना चाह रहा, हुण भावें जबानों ना कवे, मतलब तो यही निकलदा ने भी रब तूं कन्न दिते वो नहीं चंगे होए, मैं दसदा कन्न किवें सोहणे बनने ने। हुण तुसीं देखो, ये तो सीधे तौर ते परमात्मा की बेदबी आ, ते वो बंदा भुलेखा कढ दवे भी ये कुछ करके कदी अंदर दा रास लै सकेगा, कदी अपना जीवन का मनोरथ पूरा कर सकेगा। जिहड़ा मनोरथ भई प्राप्त मानख दे हुरिया गोबिंद मिलन की यह तेरी बरिया वाला मनोरथ है, वो बंदा सुर्खियां लाउण वाला नहीं हासिल कर सकता। क्योंकि सिੱਖੀ का पहला लैसन ही यह है, हुक्म रजाई चलना, कि भाई जो परमात्मा ने दिता उन्होंने स्वीकार करना सिख। तो जे परमात्मा का दिता स्वीकार नहीं हो रहा तो मतलब वो बंदा जिंदगी दे विच कदी रास नहीं लै सकता। फिर मैं देखदा भी कई समाज के डर तो जां आस पास के गुरसिखां के डर तो बुल्लां ते सुर्खी नहीं लाउंदे, मोबाइल ते फोटो खिंचते हैं, बड़े तरह के इफैक्ट ला देंदे ने। कोई इफैक्ट ला दिंदा, बुल लाल हो जाने। हुण इहदा मतलब की होया? फिर असीं कहने जी असीं किहड़ा सच्ची दे विच लाई है। हुण भावें कोई मोबाइल ते इफैक्ट भी ला रहा, मतलब की है कि असीं दिखाउणा की चाहुंदे आ, चेहरा भी जिवें दा चेहरा वैसे है उवें दी फोटो खिंची गई, वो नहीं चंगी लगनी। इफैक्ट ला के जिवें दा मैं चाहुंदा उवें दा चेहरा दिखा दो। अज तुसीं देख लो, बंदे दा जोर लगा अपनी दिख आर्टिफिशियल दिखाउण ते बंदा अपने आप नाल धोखा कर रहा है। रब दे नाल तां चलो इहदी गदारी है ही, रब की बेकदरी तो है ही, तो रब की बेकदरी करने वाला कभी भी अंदरों सुख नहीं पा सकता, गल याद रखिए। सो सतगुरु जी कह रहे हैं, भाई अपनी शरीर की सुंदरता का मान ना कर। जे तेनों परमात्मा ने सोहने नैन नक्श दिते ने, ओहदा शुक्र कर, किते इस मान च ना बैठ जावी भी मेरे वर्गा होर कोई है ही नहीं। ते बंदे इस हंकार दे विच दूजिਆਂ ਨੂੰ टिच जाणदे ने, दूजिਆਂ अगे झुकना बंद कर दिंदे ने। तां ही गुरु नानक साहब ने एक प्रमाण लैके समझाया, ओ तंगी पै ओहरी गहरी गंभीरी ससड़ सुइया किव करी निवन ना जाए थनी गच जे लगा गिड़वड़ी सखिए धौल हरी से पी टैंदे डिथ मैं मुंद ना गर्भ थनी। एक नौ जां एक जवान इस्त्री अपने वड्डियां अगे झुकदी नहीं, अपनी जवानी का बहुत मान है, अपनी सुंदरता का बहुत मान, ते इन्ना हंकार इन्ना मान के अपने वड्डियां अगे झुकदी नहीं रही। ते गुरु नानक साहब समझा रहे ने, धीए अज तेनू जवानी का मान है ते दुनिया अगे तू झुकदी नहीं पई, उन्हां दा सत्कार करना बंद कर दिता। इस शरीर ते मान करना चंगी गल नहीं। जेड़े वड्डे वड्डे महल पक्के चूनियां दे बने हुंदे ने, एक दिन तां ओह खंडर बन जांदे ने। तेरा शरीर तां फिर भी कच्ची मिट्टी दा बनिया है, कोई पता नहीं इन्हें कदों ढह जाना है। ते किहड़ी चीज़ ते मान करन दई है? ओ तंगी पै ओहरी गहरी गंभीरी ससड़ सुहिया किव करी निवन ना जाए थनी गच जे लगा गिड़वड़ी सखिए धौल हरी से पी टैंदे डिठ मैं
ਮੁੰਦ ਨਾ ਗਰਭ ਥਣੀ। ਇਹ ਜਵਾਨੀ ਤੇ ਮਾਣ ਕਰਨਾ ਚੰਗੀ ਗੱਲ ਨਹੀਂ, ਕਿਉਂਕਿ ਕੋਈ ਪਤਾ ਨਹੀਂ ਇਹ ਸੁਹੱਪਣ ਵੀ ਤੇਰਾ ਕਦੋਂ ਚਲਾ ਜਾਵੇ। ਅੱਜ ਤੇਰੀ ਚਮੜੀ ਸੋਹਣੀ ਦਿਖ ਰਹੀ ਹੈ, ਸਮਾਂ ਲੰਘਣਾ ਇਸੇ ਚਮੜੀ ਤੇ ਝੁਰੜੀਆਂ ਪੈ ਜਾਣੀਆਂ। ਤੇ ਜਿਹੜੀ ਔਰਤ ਜਵਾਨੀ ਵੇਲੇ ਸੁੰਦਰਤਾ ਤੇ ਮਾਣ ਕਰਦੀ ਹੈ, ਬੁੱਢੇ ਹੋਣ ਤੇ ਉਹੀ ਮਾਯੂਸ ਹੋ ਜਾਂਦੀ ਹੈ ਕਿ ਝੁਰੜੀਆਂ ਆ ਗਈਆਂ ਨੇ। ਤੇ ਕਈ ਲੋਕ ਫਿਰ ਕਿੰਨੀ ਉਮਰ ਤੱਕ ਆਰਟੀਫਿਸ਼ਲ ਦੇਖ ਦਿੰਦੇ ਨੇ ਵੀ ਲੋਕਾਂ ਨੂੰ ਮੇਰੀਆਂ ਝੁਰੜੀਆਂ ਨਾ ਦਿਖਣ। ਤੋ ਇਹਦੇ ਤੇ ਮਾਣ ਕਰਨਾ ਚੰਗੀ ਗੱਲ ਨਹੀਂ। ਮਹਾਰਾਜ ਕਹਿੰਦੇ ਸਾਧੋ ਮਨ ਕਾ ਮਾਨ ਤਿਆਗੋ। ਫਿਰ ਤੁਸੀਂ ਦੇਖੋ, ਬੰਦਾ ਆਪਣੇ ਗਿਆਨ ਤੇ ਮਾਣ ਕਰਦਾ ਹੈ ਜਾਂ ਕੋਈ ਕੀਰਤਨ ਤੇ ਮਾਣ ਕਰਦਾ, ਕਿਸੇ ਨੇ ਰਾਗਾਂ ਦੀ ਸੋਝੀ ਆ ਗਈ ਉਹਦੇ ਤੇ ਮਾਣ ਕਰਦਾ, ਕਿਸੇ ਨੇ ਬੜੀਆਂ ਕਿਤਾਬਾਂ ਪੜ੍ਹ ਲਈਆਂ, ਇਹਨੂੰ ਆਪਾਂ ਦੋਨੋਂ ਪੱਖਾਂ 'ਚ ਦੇਖਾਂਗੇ। ਕਿਸੇ ਨੇ ਦੁਨਿਆਵੀ ਡਿਗਰੀਆਂ ਬਹੁਤ ਲੈ ਲਈਆਂ ਤੇ ਇੰਨੀਆਂ ਡਿਗਰੀਆਂ ਲੈ ਕੇ ਮਾਣ ਦੇ ਵਿੱਚ ਬੈਠਾ ਵੀ ਮੇਰੇ ਤੋਂ ਵੱਧ ਪੜ੍ਹਾਈ ਕੌਣ ਕਰ ਸਕਦਾ। ਕਿਸੇ ਨੇ PhD ਕਰ ਲਈ ਤੇ ਬੰਦਾ ਸੋਚਦਾ ਵੀ ਮੈਂ PhD ਕਰਨ ਵਾਲਾ ਤੇ ਫਲਾਣਾ ਬੰਦਾ ਤਾਂ ਮੇਰੇ ਅੱਗੇ ਅਨਪੜ੍ਹ। ਕਿਸੇ ਨੂੰ ਆਪਣੀਆਂ ਡਿਗਰੀਆਂ ਤੇ ਮਾਣ ਹੈ, ਕਿਸੇ ਨੂੰ ਪੜ੍ਹਾਈਆਂ ਤੇ ਮਾਣ ਹੈ। ਤੇ ਕੇਵਲ ਦੁਨਿਆਵੀ ਤੌਰ ਤੇ ਨਾ ਦੇਖੀਏ, ਧਰਮ ਦੀ ਪੜ੍ਹਾਈ ਕਰਨ ਵਾਲਾ ਵੀ ਹੰਕਾਰੀ ਹੋ ਜਾਂਦਾ ਹੈ। ਅੱਜ ਤੁਸੀਂ ਦੇਖ ਲਓ, ਕੌਮ ਦੇ ਵਿੱਚ ਜਿੰਨਾ ਰੌਲਾ ਪਿਆ ਹੈ ਨਾ, ਇੱਕ ਦੂਜੇ ਤੇ ਇਲਜ਼ਾਮ ਲਾਏ ਜਾ ਰਹੇ ਨੇ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦਾ ਯਤਨ ਹੋ ਰਿਹਾ। ਕੀ ਹੈ ਅਸਲ ਦੇ ਵਿੱਚ? ਆਪਣੀ ਵਿਦਵਤਾ ਦਾ ਹੰਕਾਰ ਲੈ ਕੇ ਬੈਠੇ ਨੇ ਲੋਕ ਕਿ ਜਿਹੜਾ ਮੈਂ ਦਲੀਲਾਂ ਦਿੰਦਾ ਹੈ, ਕੋਈ ਇਹਨਾਂ ਦਾ ਟਾਕਰਾ ਨਹੀਂ ਕਰ ਸਕਦਾ। ਮੇਰੇ ਵਿਚਾਰਾਂ ਦੀ ਬਰਾਬਰੀ ਕਰ ਸਕਦਾ ਕੋਈ? ਮੇਰੀ ਕਥਾ ਤੋਂ ਸੋਹਣੀ ਕਥਾ ਕਰ ਸਕਦਾ? ਅੱਜ ਦੇ ਪ੍ਰਚਾਰਕ ਇਹ ਮਾਣ ਲੈ ਕੇ ਬੈਠੇ ਨੇ, ਤਾਂ ਹੀ ਤਾਂ ਲੜਾਈਆਂ ਨੇ। ਜਿੱਥੇ ਹੰਕਾਰ ਹੋਵੇਗਾ ਉੱਥੇ ਲੜਾਈਆਂ ਜ਼ਰੂਰ ਹੋਣਗੀਆਂ, ਇਹ ਗੱਲ ਹਮੇਸ਼ਾ ਯਾਦ ਰੱਖਿਓ। ਤੇ ਸਤਿਗੁਰੂ ਜੀ ਕਹਿੰਦੇ ਭਾਈ, ਜਿਹੜੇ ਗਿਆਨ ਤੇ ਤੁਸੀਂ ਮਾਣ ਕਰਦੇ ਪਏ ਹੋ ਨਾ, ਜੇ ਆਪਣੀ ਪੜ੍ਹਾਈ ਤੇ ਹੰਕਾਰ ਆ ਗਿਆ ਤੇ ਇਹ ਪੜ੍ਹਾਈਆਂ ਦਾ ਭਾਰ ਵੀ ਇਸ ਤਰ੍ਹਾਂ ਹੈ ਜਿਵੇਂ ਖੋਤੇ ਤੇ ਭਾਰ ਲੱਦਿਆ ਹੋਵੇ। ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ ਦੇ ਵਿੱਚ ਬਚਨ ਕੀਤਾ ਹੈ। ਮਹਾਰਾਜ ਕਹਿੰਦੇ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਐ ਸਾਥ, ਪੜ ਪੜ ਬੇੜੀ ਪਾਈਐ, ਪੜ ਪੜ ਗੱਡੀਐ ਖਾਤ, ਪੜੀਐ ਜੇਤੇ ਬਰਸ ਬਰਸ, ਪੜੀਐ ਜੇਤੇ ਮਾਸ, ਪੜੀਐ ਜੇਤੀ ਆਰਜਾ, ਪੜੀਐ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਚਖਣਾ ਚਾਖ। ਤੂੰ ਪੜ੍ਹਾਈ ਤੇ ਮਾਣ ਕਰਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਮੰਨ ਲਓ ਕੋਈ ਇੰਨਾ ਪੜ੍ਹ ਜਾਵੇ ਕਿ ਜਿੰਨੀਆਂ ਕਿਤਾਬਾਂ ਪੜ੍ਹੀਆਂ ਉਹਨਾਂ ਕਿਤਾਬਾਂ ਦੇ ਢੇਰਾਂ ਦੇ ਢੇਰ ਲੱਗ ਜਾਣ, ਉਹਨਾਂ ਦੇ ਗੱਡੇ ਭਰ ਜਾਣ। ਇੰਨਾ ਪੜ੍ਹੇ ਕਿ ਜਿੰਨੀ ਜ਼ਿੰਦਗੀ ਹੈ ਸਾਰੀ ਜ਼ਿੰਦਗੀ ਪੜ੍ਹਦਾ ਰਵੇ, ਆਖਰੀ ਸਵਾਸ ਤੱਕ ਪੜ੍ਹਦਾ ਰਵੇ। ਪਰ ਮਹਾਰਾਜ ਕਹਿੰਦੇ ਇੰਨੀ ਪੜ੍ਹਾਈ ਕਰਕੇ ਵੀ ਜੇ ਨੇ ਪ੍ਰਮਾਤਮਾ ਦੀ ਹੋਂਦ ਨੂੰ ਸਵੀਕਾਰ ਨਹੀਂ ਕੀਤਾ ਤੇ ਹੰਕਾਰੀ ਹੋ ਕੇ ਬੈਠ ਗਿਆ, ਮਹਾਰਾਜ ਕਹਿੰਦੇ ਇਹ ਪੜ੍ਹਾਈ ਸਿਰਫ ਭਾਰ ਹੀ ਲੱਦੀ ਫਿਰਦਾ, ਇੰਨੀ ਪੜ੍ਹਾਈ ਦਾ ਵੀ ਕੋਈ ਫਾਇਦਾ ਨਹੀਂ। ਤਾਂ ਹੀ ਮਹਾਰਾਜ ਨੇ ਕਿਹਾ ਪੜ੍ਹਿਆ ਮੂਰਖ ਆਖੀਐ ਜਿਤ ਲੱਭ ਲੋਭ ਅਹੰਕਾਰਾ। ਪੜ੍ਹਾਈ ਕਰਕੇ ਕੋਈ ਲਾਲਚੀ ਤੇ ਹੰਕਾਰੀ ਹੋ ਗਿਆ। ਮਹਾਰਾਜ ਕਹਿੰਦੇ ਮੈਂ ਉਹਨੂੰ ਪੜ੍ਹਿਆ ਨਹੀਂ ਗਿਣਦਾ, ਮੈਂ ਤਾਂ ਉਹਨੂੰ ਮੂਰਖ ਗਿਣਦਾ। ਹੁਣ ਦੇਖੋ ਕਿਹੜੀ ਚੀਜ਼ ਤੇ ਹੰਕਾਰ ਕਰਦੇ ਆ। ਜੇ ਸਾਨੂੰ ਆਪਣੀ ਪੜ੍ਹਾਈ ਤੇ ਹੰਕਾਰ ਹੋ ਗਿਆ, ਗੁਰੂ ਨਾਨਕ ਲਈ ਅਸੀਂ ਮੂਰਖ ਹੀ ਆ, ਅਸੀਂ ਵਿਦਵਾਨ ਨਹੀਂ, ਤੇ ਫਿਰ ਅਸੀਂ ਪ੍ਰਚਾਰਕ ਹੋਣ ਦਾ ਮਾਣ ਪਾਈ ਬੈਠੇ ਹੰਕਾਰੀ ਹੋ ਕੇ। ਮਹਾਰਾਜ ਕਹਿੰਦੇ ਪੜ੍ਹਿਆ ਮੂਰਖ ਆਖੀਐ ਜਿਤ ਲੱਭ ਲੋਭ ਅਹੰਕਾਰਾ। ਅਸਲੀ ਸਿਆਣਾ ਉਹ ਹੈ ਜਿਹੜਾ ਆਪਣਾ ਹੰਕਾਰ ਛੱਡਦਾ। ਚਤੁਰ ਸਿਆਣਾ ਸੁਗੜ ਸੋਏ ਜਿਨ ਤਜਿਆ ਅਭਿਮਾਨ। ਜਿਹੜਾ ਹੰਕਾਰ ਛੱਡਦਾ ਹੈ ਅਸਲ ਦੇ ਵਿੱਚ ਸਿਆਣਾ ਉਹੀ ਹੈ। ਮਹਾਰਾਜ ਕਹਿੰਦੇ ਸਾਧੋ ਮਨ ਕਾ ਮਾਨ ਤਿਆਗੋ। ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਵੀ ਬਚਨ ਕੀਤਾ। ਮਹਾਰਾਜ ਕਹਿੰਦੇ ਅੱਖਰ ਪੜ ਪੜ ਭੁੱਲੀਐ। ਕੋਈ ਬੰਦਾ ਪੜ ਪੜ ਕੇ ਵੀ ਭੁਲੇਖੇ 'ਚ ਪੈ ਸਕਦਾ ਹੈ, ਪੜ ਪੜ ਕੇ ਵੀ ਭਟਕ ਸਕਦਾ। ਇਹ ਨਾ ਸੋਚੋ ਵੀ ਪੜ੍ਹਾਈ ਸਾਨੂੰ ਸਿੱਧੇ ਰਸਤੇ ਤੇ ਪਾ ਦਿੰਦੀ ਹੈ। ਜਿਹਨੂੰ ਪੜ੍ਹਾਈ ਦਾ ਹੰਕਾਰ ਹੋ ਗਿਆ ਉਹ ਪੜ੍ਹ ਲਿਖ ਕੇ ਵੀ ਭਟਕਿਆ ਫਿਰਦਾ ਹੈ, ਕਿਸੇ ਮੰਜ਼ਿਲ ਵੱਲ ਕੂਚ ਨਹੀਂ ਕਰ ਰਿਹਾ। ਅੱਖਰ ਪੜ ਪੜ ਭੁੱਲੀਐ ਭੇਖੀ ਬਹੁਤ ਅਭਿਮਾਨ। ਤੇ ਫਿਰ ਭੇਖ ਦਾ ਵੀ ਕਈਆਂ ਨੂੰ ਮਾਣ ਆ ਜਾਂਦਾ ਹੈ। ਮੰਨ ਲਓ ਹੁਣ ਕੋਈ ਬਾਣਾ ਪਾ ਲਵੇ, ਮੈਂ ਕੇਵਲ ਦੂਜੇ ਧਰਮਾਂ ਤੇ ਟਾਰਗੇਟ ਨਹੀਂ ਕਰਾਂਗਾ, ਕੋਈ ਵੀ ਹੋਵੇ, ਕਿਸੇ ਨੇ ਆਪੋ ਆਪਣੇ ਧਰਮ ਦਾ ਬਾਣਾ ਪਾ ਰਿਹਾ। ਹੁਣ ਇਹ ਨਾ ਸੋਚਿਓ ਵੀ ਮੈਂ ਬਾਣੇ ਦੀ ਬੇਅਦਬੀ ਕਰ ਰਿਹਾ, ਮੈਂ ਖੁਦ ਬਾਣਾ ਪਾਉਂਦਾ, ਬਾਣੇ ਦਾ ਸਤਿਕਾਰ ਕਰਦਾ ਤੇ ਅਕਸਰ ਇਹ ਹਦਾਇਤ ਕਰਦਾ ਹੁੰਦਾ ਹੈ ਕਿ ਗੁਰੂ ਦੇ ਪਹਿਰਾਵੇ ਨਾਲ ਜੁੜੋ। ਬਾਣਾ ਪਾਉਣਾ ਬਹੁਤ ਚੰਗੀ ਗੱਲ ਏ, ਪਰ ਬਾਣਾ ਪਾ ਕੇ ਦੂਜਿਆਂ ਨੂੰ ਟਿੱਚ ਜਾਣਨਾ, ਪੈਂਟਾਂ ਕਮੀਜ਼ਾਂ ਵਾਲਿਆਂ ਨੂੰ ਬੁਰੇ ਤੇ ਨਾਸਤਕ ਸਮਝਣਾ, ਇਹਦੇ ਤੋਂ ਵੀ ਮਾੜੀ ਕੋਈ ਗੱਲ ਨਹੀਂ ਹੈ ਸਾਧ ਸੰਗਤ। ਜੇ ਮਹਾਰਾਜ ਨੇ ਤੈਨੂੰ ਸਮੱਤ ਬਖਸ਼ੀਏ, ਬਾਣਾ ਪਾ ਲੈਣਾ ਏ ਤੇ ਪੈਂਟਾਂ ਕਮੀਜ਼ਾਂ ਵਾਲਿਆਂ ਨਾਲ ਨਫ਼ਰਤ ਨਾ ਕਰਿਆ ਕਰ। ਇੱਥੇ ਤਾਂ ਕੋਈ ਪਜਾਮੀ ਵੀ ਪਾ ਲਵੇ ਨਾ ਜੀ, ਕਈ ਲੋਕ ਉਹਦੇ ਤੇ ਨਫ਼ਰਤ ਕਰਨ ਲੱਗ ਪੈਂਦੇ ਨੇ ਵੀ ਇਹ ਤਾਂ ਪਜਾਮੀਆਂ ਵਾਲਾ, ਮੈਂ ਬਾਣੇ ਵਾਲਾ, ਇਹ ਤਾਂ ਪੈਂਟਾਂ ਕਮੀਜ਼ਾਂ ਪਾਉਂਦਾ ਜੀ, ਇਹ ਗੁਰਮੁਖ ਹੀ ਨਹੀਂ ਹੋ ਸਕਦਾ। ਪਰ ਮੈਂ ਬੇਨਤੀ ਕਰਾਂ ਸਾਧ ਸੰਗਤ, ਸੰਤ ਪੈਂਟਾਂ ਕਮੀਜ਼ਾਂ ਵਾਲਾ ਵੀ ਹੋ ਸਕਦਾ ਹੈ, ਸਾਧੂ ਪੁਰਸ਼ ਪਜਾਮੀਆਂ ਵਾਲਾ ਵੀ ਹੋ ਸਕਦਾ। ਮੈਂ ਬੇਨਤੀ ਕਰਾਂ ਕਿਉਂਕਿ ਇਹ ਸੰਤ ਪੁਣਾ ਤਾਂ ਅੰਦਰ ਦੇ ਗੁਣ ਨੇ ਸਾਧ ਸੰਗਤ। ਬਾਣਾ ਪਾਉਣਾ ਚੰਗੀ ਗੱਲ ਹੈ,
ਪਰ ਮਹਾਰਾਜ ਕਹਿੰਦੇ ਆਪਣੇ ਭੇਖ ਦਾ ਮਾਨ ਨਾ ਕਰੀ। ਜੇ ਬਾਣਾ ਪਾ ਕੇ ਵੀ ਹੰਕਾਰੀ ਹੋ ਗਿਆ ਰੱਬ ਦੇ ਘਰ ਤੇਰਾ ਇਹ ਪਾਇਆ ਪਹਿਰਾਵਾ ਵੀ ਪ੍ਰਵਾਨ ਨਹੀਂ ਹੋਵੇਗਾ। ਅੱਖਰ ਪੜ ਪੜ ਭੁੱਲੀਐ ਭੇਖੀ ਬਹੁਤ ਅਭਿਮਾਨ, ਤੀਰਥ ਨਾਤਾ ਕਿਆ ਕਰੇ ਮਨ ਮੈਂ ਮੈਲ ਗੁਮਾਨ। ਕਿਸੇ ਨੂੰ ਪੜ੍ਹਾਈਆਂ ਦਾ ਮਾਣ, ਤੇ ਮਹਾਰਾਜ ਕਹਿੰਦੇ ਜੇ ਪੜ੍ਹਾਈ ਦਾ ਮਾਣ ਤੇ ਪੜ੍ਹਾਈ ਕਿਸੇ ਅਰਥ ਨਹੀਂ। ਕਿਸੇ ਨੂੰ ਆਪਣੇ ਪਹਿਰਾਵੇ ਦਾ ਮਾਣ, ਤੇ ਮਹਾਰਾਜ ਕਹਿੰਦੇ ਜਿਹਨੂੰ ਪਹਿਰਾਵੇ ਦਾ ਮਾਣ ਹੋ ਗਿਆ ਉਹਦੇ ਪਹਿਰਾਵੇ ਦਾ ਕੋਈ ਅਰਥ ਨਹੀਂ। ਜੇ ਮੈਂ ਅੰਮ੍ਰਿਤ ਛਕਿਆ, ਮੈਂ ਬਾਣਾ ਪਾਉਣਾ ਹੈ ਤੇ ਮੈਂ ਹੰਕਾਰ ਦੇ ਵਿੱਚ ਆ ਕੇ ਦੂਜੇ ਨਾਲ ਨਫ਼ਰਤ ਕਰਨ ਲੱਗ ਪਵਾਂ, ਗੁਰੂ ਗੋਬਿੰਦ ਸਿੰਘ ਜੀ ਐਸੇ ਪਹਿਰਾਵੇ ਨੂੰ ਵੀ ਪ੍ਰਵਾਨ ਨਹੀਂ ਕਰਨਗੇ। ਇਹ ਯਾਦ ਰੱਖੀਏ ਸਾਧ ਸੰਗਤ। ਫਿਰ ਮਹਾਰਾਜ ਕਹਿੰਦੇ ਤੀਰਥ ਨਾਤਾ ਕਿਆ ਕਰੇ। ਕੋਈ ਤੀਰਥਾਂ ਤੇ ਨਹਾਉਂਦਾ ਹੈ, ਅੱਜ ਦੀ ਮੈਂ ਆਪਣਿਆਂ ਨਾਲ ਵੀ ਜੋੜ ਕੇ ਕਵਾਂਗਾ, ਕੋਈ ਆਏ ਮੱਸਿਆ ਨਹਾਉਣ ਜਾਂਦਾ ਹੈ ਤੇ ਮੈਂ ਕਈ ਦੇਖਾ ਬੀਬੀਆਂ ਨੂੰ ਕੋਈ ਵੀ ਤੀਰਥ ਇਸ਼ਨਾਨ ਉਹਨਾਂ ਨੇ ਮਿਸ ਨਹੀਂ ਕੀਤਾ ਜੀ। ਮਾਘੀ ਆਈ ਤਾਂ ਤੀਰਥਾਂ ਤੇ ਨਹਾ ਕੇ ਆ ਗਏ, ਹਰ ਮੱਸਿਆ ਤਾਂ ਇਸ਼ਨਾਨ ਕਰਕੇ ਆਉਂਦੇ ਨੇ। ਤੇ ਸਾਧ ਸੰਗਤ ਇੰਨਾ ਇਸ਼ਨਾਨ ਕਰਨ ਤੋਂ ਬਾਅਦ ਇਹ ਮਾਨ ਲੈ ਕੇ ਬੈਠ ਜਾਂਦੇ ਨੇ ਵੀ ਮੇਰੇ ਤੋਂ ਵੱਡਾ ਤਾਂ ਧਰਮੀ ਕੋਈ ਨਹੀਂ, ਮੈਂ ਤਾਂ ਕੋਈ ਯਾਤਰਾ ਮਿਸ ਨਹੀਂ ਕੀਤੀ, ਮੈਂ ਤਾਂ ਕੋਈ ਇਸ਼ਨਾਨ ਮਿਸ ਨਹੀਂ ਕੀਤਾ, ਬਾਕੀ ਸਾਰੇ ਨਿਕੰਮੇ ਤੇ ਮੈਂ ਸਭ ਤੋਂ ਵੱਡਾ ਧਰਮੀ। ਤੇ ਮਹਾਰਾਜ ਕਹਿੰਦੇ ਤੀਰਥ ਨਾਤਾ ਕਿਆ ਕਰੇ ਮਨ ਮੈਂ ਮੈਲ ਗੁਮਾਨ। ਤੇਰਾ ਤੀਰਥ ਨਾਤਾ ਵੀ ਕੀ ਕਰੇਗਾ ਜੇ ਮਨ ਦੇ ਵਿੱਚ ਹੀ ਮਾਣ ਆ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਸਾਧੋ ਮਨ ਕਾ ਮਾਣ ਤਿਆਗੋ, ਮਾਣ ਛੱਡ ਦੇ। ਚੰਗੀ ਗੱਲ ਹੈ ਜੇ ਤੂੰ ਇਸ਼ਨਾਨ ਕਰਨ ਜਾਣਾ, ਬਹੁਤ ਵਧੀਆ ਗੱਲ ਹੈ। ਯਾਤਰਾ ਕਰਨ ਜਾਣਾ ਹੈ, ਬੜੀ ਚੰਗੀ ਗੱਲ ਹੈ, ਪਰ ਮਨ ਦੇ ਵਿੱਚ ਹੰਕਾਰ ਨਾ ਲੈ ਕੇ ਬੈਠ ਜਾਵੇ। ਤਾਂ ਹੀ ਮਹਾਰਾਜ ਕਹਿੰਦੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਓ ਲੱਥੀ ਨਾਤਿਆ ਦੋਏ ਭਾ ਚੜੀਐਸ ਹੋਰ। ਤੀਰਥਾਂ ਤੇ ਨਹਾਉਣ ਗਿਆ ਸੀ ਸਰੀਰ ਦੀ ਮੈਲ ਲਾਉਣ, ਪਰ ਉਲਟਾ ਮਨ ਦੀ ਮੈਲ ਵਧਾ ਕੇ ਆ ਗਿਆ, ਕਿਉਂਕਿ ਹੁਣ ਹੰਕਾਰ ਦੀ ਮੈਲ ਵੀ ਆ ਗਈ ਨਾ ਵੀ ਮੈਂ ਤੀਰਥਾਂ ਤੇ ਨਹਾਉਣ ਵਾਲਾ। ਤੇ ਮਹਾਰਾਜ ਕਹਿੰਦੇ ਤੀਰਥ ਨਾਤਾ ਕਿਆ ਕਰੇ ਮਨ ਮੈਂ ਮੈਲ ਗੁਮਾਨ। ਤਾਂ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਵੀ ਸ਼ਲੋਕਾਂ ਦੇ ਵਿੱਚ ਬਚਨ ਪੜ੍ਹਦੇ ਆ ਨਾ, ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨਿਫਲ ਜਾਤ ਤੇ ਜਿਉਂ ਕੁੰਚਰ ਇਸਨਾਨ। ਮਹਾਰਾਜ ਕਹਿੰਦੇ ਜੇ ਤੂੰ ਧਰਮ ਕਰਮ ਕਰ ਰਿਹਾ, ਹੁਣ ਦੇਖੋ ਆਪਾਂ ਸੂਖਮ ਗੁਣਾਂ ਵੱਲ ਆ ਰਹੇ ਹਾਂ, ਬੰਦਾ ਅਧਿਆਤਮਕ ਕਰਮ ਵੀ ਕਰ ਰਿਹਾ ਨਾ, ਬੰਦਾ ਉਹਦੇ ਲਈ ਵੀ ਹੰਕਾਰੀ ਹੋ ਜਾਂਦਾ ਹੈ ਜੀ। ਮੈਂ ਤਾਂ ਯਾਤਰਾ ਕਰਨ ਵਾਲਾ, ਮੈਂ ਤਾਂ ਜੀ ਰੋਜ਼ ਗੁਰਦੁਆਰੇ ਜਾਣਾ ਹੈ, ਮੈਂ ਤਾਂ ਰੋਜ਼ ਨਿਤਨੇਮ ਕਰਦਾ ਤੇ ਮੇਰੇ ਤੋਂ ਚੰਗਾ ਹੀ ਕੋਈ ਨਹੀਂ, ਮੇਰੇ ਤੋਂ ਵੱਧ ਨਾਮ ਕੋਈ ਜਪ ਸਕਦਾ ਹੈ, ਮੇਰੇ ਤੋਂ ਸੋਹਣੀ ਵਿਚਾਰ ਕੋਈ ਰੱਖ ਸਕਦਾ ਹੈ, ਸਭ ਤੋਂ ਚੰਗਾ ਮੈਂ ਤੇ ਬਾਕੀ ਸਾਰੇ ਨਿਕੰਮੇ। ਇਹੋ ਜਿਹਾ ਹੰਕਾਰ ਕਰਕੇ ਹੰਕਾਰੀ ਹੋ ਕੇ ਕੋਈ ਧਰਮ ਕਰਮ ਕਰ ਰਿਹਾ ਹੈ। ਤੇ ਮਹਾਰਾਜ ਕਹਿੰਦੇ ਹੰਕਾਰੀ ਬੰਦੇ ਦੇ ਧਰਮ ਕਰਮ ਇਸ ਤਰ੍ਹਾਂ ਨਿਫਲ ਹੋ ਜਾਂਦੇ ਨੇ ਜਿਵੇਂ ਹਾਥੀ ਦਾ ਨਾਤਾ ਨਿਫਲ ਹੋ ਜਾਂਦਾ ਹੈ। ਹੁਣ ਹਾਥੀ ਨੂੰ ਜਿੰਨਾ ਮਰਜ਼ੀ ਨਵਾ ਲਓ, ਕੁੰਚਰ ਦਾ ਅਰਥ ਹੁੰਦਾ ਹੈ ਹਾਥੀ, ਹਾਥੀ ਨੂੰ ਜਿੰਨਾ ਮਰਜ਼ੀ ਇਸ਼ਨਾਨ ਕਰਾ ਲਵੋ, ਇਸ਼ਨਾਨ ਕਰਨ ਤੋਂ ਬਾਅਦ ਹਾਥੀ ਨੇ ਫਿਰ ਮਿੱਟੀ ਆਪਣੇ ਸਿਰ ਤੇ ਹੀ ਪਾਉਣੀ ਹੈ। ਤੇ ਬੰਦਾ ਜਿੰਨੇ ਮਰਜ਼ੀ ਧਰਮ ਕਰਮ ਕਰ ਲਵੇ, ਸਭ ਕੁਝ ਕਰਕੇ ਫਿਰ ਹੰਕਾਰ ਦੇ ਨਾਲ ਮੈਲਾ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਧਰਮ ਕਰਮ ਤੇ ਮਾਨ ਕਰਨ ਵਾਲੇ ਦਾ ਨਾਤਾ ਇਸ ਤਰ੍ਹਾਂ ਨਿਫਲ ਹੈ ਜਿਵੇਂ ਹਾਥੀ ਦੇ ਨਾਤੇ ਦਾ ਕੋਈ ਅਰਥ ਨਹੀਂ ਹੁੰਦਾ। ਸਤਿਗੁਰੂ ਜੀ ਕਹਿੰਦੇ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨਿਫਲ ਜਾਤ ਤੇ ਜਿਉਂ ਕੁੰਚਰ ਇਸਨਾਨ। ਤੁਹਾਡੇ ਧਰਮ ਕਰਮ ਨਿਫਲ ਹੋ ਜਾਣਗੇ ਜੇ ਹੰਕਾਰ ਆ ਗਿਆ। ਇਸ ਕਰਕੇ ਸਾਧੋ ਮਨ ਕਾ ਮਾਣ ਤਿਆਗੋ, ਨਿਤਨੇਮ ਕਰਦਾ ਹੈ ਤੇ ਹੰਕਾਰੀ ਨਾ ਹੋ ਜਾਵੀਂ, ਮਾਣ ਛੱਡ, ਫਿਰ ਤੇਰਾ ਪੜਿਆ ਨਿਤਨੇਮ ਪਰਮਾਤਮਾ ਦੇ ਘਰ ਸਵਕਾਰ ਹੋਵੇਗਾ। ਹੰਕਾਰ ਦੇ ਵਿੱਚ ਕੀਤੇ ਹੋਏ ਜਪ ਤਪ ਵੀ ਨਿਫਲ ਹੋ ਜਾਂਦੇ ਨੇ, ਸਾਰੀ ਕਮਾਈ ਨਿਫਲ ਹੋ ਜਾਂਦੀ ਹੈ। ਇਸ ਕਰਕੇ ਮਹਾਰਾਜ ਨੇ ਵਾਰ-ਵਾਰ ਇਹ ਹਦਾਇਤ ਕੀਤੀ ਕਿ ਭਾਈ ਆਪਣੇ ਮਨ ਦਾ ਮਾਣ ਤਿਆਗ ਦਿਓ। ਸਤਿਗੁਰੂ ਜੀ ਨੇ ਤਾਂ ਇੱਥੋਂ ਤੱਕ ਕਿਹਾ ਭਾਈ ਨਿਤਨੇਮ ਠੀਕ ਆ ਕਰਦੇ ਹੋਵੋਗੇ, ਪਰ ਨਿਤਨੇਮ ਦੇ ਵਿੱਚ ਰਸ ਤਾਂ ਆ ਸਕਦਾ ਹੈ ਜੇ ਮਨ ਦਾ ਮਾਣ ਤਿਆਗੋਗੇ। ਸਤਿਗੁਰੂ ਜੀ ਦੇ ਬਚਨ ਹੈ ਨਾ ਜੀ, ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ, ਕਹੋ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋਏ ਕਹਿ ਖਾਏ। ਮਹਾਰਾਜ ਕਹਿੰਦੇ ਮੰਨ ਲਓ ਰੇਤਾ ਦੇ ਵਿੱਚ ਖੰਡ ਖਿਲਰੀ ਹੋਵੇ ਤੇ ਉਸ ਰੇਤਾ ਦੇ ਵਿੱਚ ਖਿਲਰੀ ਹੋਈ ਖੰਡ ਨੂੰ ਚੁਣਨਾ ਹੈ ਤਾਂ ਕੀੜੀ ਬਣਨਾ ਪੈਣਾ ਹੈ। ਹਾਥੀ ਕਦੀ ਵੀ ਰੇਤਾ ਦੇ ਵਿੱਚੋਂ ਖੰਡ ਨਹੀਂ ਚੁਣ ਸਕਦਾ। ਜਿਵੇਂ ਹਾਥੀ ਰੇਤਾ ਦੇ ਵਿੱਚੋਂ ਖੰਡ ਨਹੀਂ ਚੁਣ ਸਕਦਾ, ਹੰਕਾਰੀ ਬੰਦਾ ਨਿਤਨੇਮ ਕਰਕੇ ਵੀ ਨਿਤਨੇਮ ਚੋਂ ਰਸ ਨਹੀਂ ਲੈ ਸਕਦਾ, ਨਾਮ ਜਪ ਕੇ ਵੀ ਨਾਮ ਚੋਂ ਰਸ ਨਹੀਂ ਲੈ ਸਕਦਾ। ਜੇ ਨਾਮ ਚੋਂ ਰਸ ਲੈਣਾ ਹੈ ਤਾਂ ਕੀਟੀ ਵਾਂਗੂ ਬਣਨਾ ਪਵੇਗਾ। ਰੇਤਾ ਦੇ ਵਿੱਚੋਂ ਖੰਡ ਕੇਵਲ ਕੀੜੀ ਚੁਗ ਸਕਦੀ ਆ, ਨਿਤਨੇਮ ਦੇ ਵਿੱਚੋਂ ਰਸ ਕੇਵਲ ਨਿਮਰਤਾ ਵਾਲਾ ਲੈ ਸਕਦਾ। ਸਾਧੋ ਮਨ ਕਾ ਮਾਣ ਤਿਆਗੋ, ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ, ਕਹੋ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋਏ ਕਹਿ ਖਾਏ। ਸਤਿਗੁਰੂ ਜੀ ਨੇ ਤਾਂ ਹੀ ਬਚਨ ਕੀਤਾ, ਕਬੀਰ ਮੁਕਤ ਦੁਆਰਾ ਸੰਕੜਾ,
ਰਾਈ ਦਸਵੇਂ ਪਾਏ, ਮਨ ਤੋਂ ਮੈਂਗਲ ਹੋਏ ਰਹਿਓ, ਨਿਕਸਿਓ ਕਿਉਂ ਕਰ ਜਾਏ। ਮਹਾਰਾਜ ਕਹਿੰਦੇ ਆਪਣੇ ਸਾਰਿਆਂ ਦਾ ਮਨੋਰਥ ਹੈ ਮੁਕਤੀ ਦਵਾਰ ਤੱਕ ਪਹੁੰਚਣਾ, ਸਤਿਗੁਰੂ ਜੀ ਦੇ ਚਰਨਾਂ ਤੱਕ ਪਹੁੰਚਣਾ। ਤੇ ਮਹਾਰਾਜ ਕਹਿੰਦੇ ਉੱਥੋਂ ਤੱਕ ਪਹੁੰਚਣ ਦਾ ਜਿਹੜਾ ਦਰਵਾਜ਼ਾ ਪਤਾ ਕਿੰਨਾ ਬਰੀਕ ਹੈ, ਰਾਈ ਦਸਵੇਂ ਪਾਏ। ਰਾਈ ਦਾ ਦਾਣਾ ਹੁੰਦਾ ਹੈ ਨਾ ਜੀ, ਮਹਾਰਾਜ ਕਹਿੰਦੇ ਇੰਨਾ ਬਰੀਕ ਦਾਣਾ ਉਹਦਾ ਵੀ 10ਵਾਂ ਹਿੱਸਾ ਕਰ ਦੋ, ਇੰਨਾ ਬਰੀਕ ਹੈ ਪਰਮਾਤਮਾ ਦੇ ਚਰਨਾਂ ਤੱਕ ਪਹੁੰਚਣ ਵਾਲਾ ਦਰਵਾਜ਼ਾ। ਸਿਰਫ ਦੁਨਿਆਵੀ ਟੂਲ ਲੈ ਕੇ ਸਮਝਾਉਣ ਦਾ ਯਤਨ ਕੀਤਾ ਹੈ, ਕਿਉਂਕਿ ਜੇ ਵੇਖਿਆ ਜਾਵੇ ਤੇ ਕਿੰਨਾ ਬਰੀਕ ਹੈ, ਐਕਸਪਲੇਨ ਨਹੀਂ ਕੀਤਾ ਜਾ ਸਕਦਾ। ਪਰ ਫਿਰ ਵੀ ਦੁਨੀਆ ਨੂੰ ਸਮਝਾਉਣ ਵਾਸਤੇ ਸਤਿਗੁਰੂ ਜੀ ਨੇ ਦੁਨਿਆਵੀ ਟੂਲ ਲੈ ਕੇ ਸਮਝਾਉਣ ਦਾ ਯਤਨ ਕੀਤਾ ਹੈ ਕਿ ਇੰਨਾ ਬਰੀਕ ਰਸਤਾ ਹੋਵੇ ਤੇ ਉਹਦੇ ਵਿੱਚੋਂ ਹਾਥੀ ਕਿਵੇਂ ਲੰਘੇਗਾ। ਇੰਨੇ ਸੂਖਮ ਰਸਤੇ ਚੋਂ ਲੰਘਣ ਲਈ ਮਨ ਦਾ ਓਨਾ ਸੂਖਮ ਹੋਣਾ ਜ਼ਰੂਰੀ ਹੈ, ਮਨ ਦਾ ਓਨਾ ਨਿਮਰਤਾ ਵਿੱਚ ਆਉਣਾ ਜ਼ਰੂਰੀ ਹੈ। ਹੰਕਾਰੀ ਬੰਦਾ ਪਰਮਾਤਮਾ ਦੇ ਚਰਨਾਂ ਤੱਕ ਨਹੀਂ ਪਹੁੰਚ ਸਕਦਾ। ਕਬੀਰ ਮੁਕਤ ਦੁਆਰਾ ਸੰਕੜਾ, ਰਾਈ ਦਸਵੇਂ ਪਾਏ, ਮਨ ਤੋਂ ਮੈਂਗਲ ਹੋਏ ਰਹਿਓ, ਨਿਕਸਿਓ ਕਿਉਂ ਕਰ ਜਾਏ। ਹੁਣ ਤੁਸੀਂ ਦੇਖੋ ਸਾਰੀ ਚੀਜ਼ਾਂ ਰਿਵਾਈਜ਼ ਕਰੋ। ਜਿਹਨੂੰ ਫੈਸਿਲਿਟੀਜ਼ ਦਾ ਮਾਣ ਸੀ, ਮਹਾਰਾਜ ਕਹਿੰਦੇ ਮਰਨ ਤੋਂ ਬਾਅਦ ਫੈਸਿਲਿਟੀਜ਼ ਨਾਲ ਨਹੀਂ ਜਾਣੀਆਂ, ਮਾਣ ਨਾ ਕਰ। ਜਿਹਨੂੰ ਕੋਠੀਆਂ ਦਾ ਮਾਣ, ਮਹਾਰਾਜ ਕਹਿੰਦੇ ਕਿਹੜੀ ਕੋਠੀ ਨਾਲ ਜਾਣੀ ਹੈ। ਜਿਸ ਬੰਦੇ ਨੂੰ ਉੱਚੀ ਪਦਵੀ ਦਾ ਮਾਣ, ਤੇ ਮਹਾਰਾਜ ਕਹਿੰਦੇ ਮਰਨ ਵੇਲਿਆਂ ਤੈਨੂੰ ਬਸ ਥੋੜੀ ਜਿਹੀ ਜ਼ਮੀਨ ਕੰਮ ਆਉਣੀ ਹੈ, ਪਦਵੀਆਂ ਕਿਸੇ ਨੇ ਸਾਥ ਨਹੀਂ ਦੇਣਾ, ਤੇ ਕਾਹਦਾ ਮਾਣ ਕਰਦਾ ਪਿਆ। ਜਿਸ ਬੰਦੇ ਨੂੰ ਸਰੀਰ ਦੀ ਤਾਕਤ ਦਾ ਮਾਣ, ਮਹਾਰਾਜ ਕਹਿੰਦੇ ਤਾਕਤ ਬਹੁਤਾ ਟਾਈਮ ਰਹਿਣੀ ਨਹੀਂ, ਉਹਦੇ ਤੇ ਮਾਣ ਕਰਨਾ ਚੰਗੀ ਗੱਲ ਨਹੀਂ। ਜਿਹਨੂੰ ਸੁੰਦਰਤਾ ਤੇ ਮਾਣ, ਮਹਾਰਾਜ ਕਹਿੰਦੇ ਇਸੇ ਸੁੰਦਰਤਾ ਨੇ ਝੁਰੜੀਆਂ ਵਿੱਚ ਬਦਲ ਜਾਣਾ ਹੈ, ਹੰਕਾਰ ਨਾ ਕਰ। ਜਿਸ ਬੰਦੇ ਨੂੰ ਆਪਣੇ ਗਿਆਨ ਦਾ ਮਾਣ, ਤੇ ਮਹਾਰਾਜ ਕਹਿੰਦੇ ਗਿਆਨ ਤੇ ਮਾਣ ਕਰਨ ਵਾਲੇ ਦੇ ਗਿਆਨ ਦਾ ਕੋਈ ਫਾਇਦਾ ਨਹੀਂ। ਜਿਸ ਬੰਦੇ ਨੂੰ ਧਰਮ ਕਰਮਾਂ ਤੇ ਮਾਣ, ਤੇ ਮਹਾਰਾਜ ਕਹਿੰਦੇ ਧਰਮ ਕਰਮ ਕਰਕੇ ਹੰਕਾਰੀ ਹੋਣ ਵਾਲੇ ਬੰਦੇ ਦੇ ਕੀਤੇ ਧਰਮ ਕਰਮ ਨਿਫਲ ਹੋ ਜਾਂਦੇ ਨੇ। ਇਸ ਕਰਕੇ ਮਹਾਰਾਜ ਨੇ ਸਟੈਪ ਬਾय ਸਟੈਪ ਸਮਝਾਇਆ ਕਿ ਭਾਈ ਕੋਈ ਵੀ ਚੀਜ਼ ਸਾਧਨਾ ਕਰਕੇ ਹਾਸਲ ਕੀਤੀ ਹੈ, ਉਹਦਾ ਹੰਕਾਰ ਕਰਨਾ ਚੰਗਾ ਨਹੀਂ। ਜੋ ਵੀ ਕੁਝ ਹੈ ਅੰਦਰ ਇਹ ਭਾਵਨਾ ਰੱਖੋ ਵੀ ਪਰਮਾਤਮਾ ਬਖਸ਼ਣ ਵਾਲਾ ਹੈ। ਕਿਉਂਕਿ ਹੁਣ ਅਗਲਾ ਸਵਾਲ ਇਹ ਆ ਵੀ ਸਤਿਗੁਰੂ ਜੀ ਨੇ ਇਹ ਉਪਦੇਸ਼ ਦਿੱਤਾ ਹੈ, ਸਾਧੋ ਮਨ ਕਾ ਮਾਨ ਤਿਆਗੋ। ਫਿਰ ਇਹ ਮਨ ਦਾ ਮਾਣ ਤਿਆਗੇ ਕਿਵੇਂ? ਸਾਨੂੰ ਕ੍ਰੈਡਿਟ ਪਰਮਾਤਮਾ ਨੂੰ ਦੇਣਾ ਆ ਜਾਵੇ ਜੀ। ਅਸਲ ਦੇ ਵਿੱਚ ਬੰਦਾ ਸਾਰੇ ਕ੍ਰੈਡਿਟ ਆਪ ਲੈਣਾ ਚਾਹੁੰਦਾ, ਤੇ ਮਹਾਰਾਜ ਨੇ ਇੱਥੋਂ ਤੱਕ ਕਹਿ ਦਿੱਤਾ ਵੀ ਜਿਹੜਾ ਬੰਦਾ ਇਹ ਸੋਚਦਾ ਹੈ ਨਾ ਵੀ ਮੈਂ ਸਭ ਕੁਝ ਕਰਨ ਵਾਲਾ, ਜੱਜਾ ਜਾਣੈ ਹਉ ਕਿਛ ਹੂਆ, ਬਾਂਧਿਓ ਜਿਉ ਨਲਣੀ ਭ੍ਰਮ ਸੂਆ। ਜਿਹੜਾ ਬੰਦਾ ਇਹ ਸਮਝਦਾ ਵੀ ਮੈਂ ਕਰਨ ਵਾਲਾ, ਉਹ ਆਪਣੇ ਹੰਕਾਰ ਦੇ ਦਾਇਰੇ ਵਿੱਚ ਇਸ ਤਰ੍ਹਾਂ ਕੈਦ ਹੋ ਜਾਂਦਾ ਹੈ ਜਿਵੇਂ ਇੱਕ ਤੋਤਾ ਨਲਣੀ ਦੇ ਵਿੱਚ ਫੜਿਆ ਜਾਂਦਾ ਹੈ। ਨਲਣੀ ਪਤਾ ਕੀ ਹੁੰਦੀ ਹੈ ਜੀ? ਇਹ ਇੱਕ ਪ੍ਰਕਾਰ ਦਾ ਜੰਤਰ ਹੁੰਦਾ, ਢੋਲ ਵਰਗਾ ਘੁੰਮਣ ਵਾਲਾ ਹੁੰਦਾ ਹੈ। ਤੇ ਉਸ ਜੰਤਰ ਤੇ ਸ਼ਿਕਾਰੀ ਕੀ ਕਰਦਾ, ਉੱਤੇ ਦਾਣੇ ਟਿਕਾ ਦਿੰਦਾ ਹੈ ਤੇ ਥੱਲੇ ਉਹਦੇ ਪਾਣੀ ਰੱਖ ਦਿੰਦਾ ਹੈ। ਹੁਣ ਤੋਤਾ ਦਾਣੇ ਦੇਖ ਕੇ ਜਦੋਂ ਉਹਦੇ ਉੱਪਰ ਆ ਕੇ ਬੈਠਦਾ ਹੈ, ਉਹ ਢੋਲ ਵਰਗਾ ਜੰਤਰ ਘੁੰਮ ਜਾਂਦਾ ਹੈ, ਤੋਤਾ ਥੱਲੇ, ਤੇ ਥੱਲੇ ਪਾਣੀ ਹੁੰਦਾ ਹੈ। ਪਾਣੀ ਦੇ ਡਰ ਤੋਂ ਫਿਰ ਤੋਤਾ ਘੁੱਟ ਕੇ ਪੰਜਿਆਂ ਨਾਲ ਪਕੜ ਲੈਂਦਾ ਉਸ ਜੰਤਰ ਨੂੰ, ਛੱਡਦਾ ਨਹੀਂ, ਤੇ ਇੰਨੇ ਟਾਈਮ ਨੂੰ ਆ ਕੇ ਸ਼ਿਕਾਰੀ ਪਕੜ ਲੈਂਦਾ ਹੈ। ਜਿਵੇਂ ਉਸ ਨਲਣੀ ਦੇ ਵਿੱਚ ਉਹ ਤੋਤਾ ਕੈਦ ਹੋ ਜਾਂਦਾ ਹੈ। ਜਿਹੜਾ ਬੰਦਾ ਇਹ ਸਮਝਦਾ ਵੀ ਸਭ ਕੁਝ ਮੈਂ ਕਰਨ ਵਾਲਾ, ਉਹ ਵੀ ਇੱਕ ਦਾਇਰੇ ਤੱਕ ਸੀਮਤ ਹੋ ਕੇ ਰਹਿ ਜਾਂਦਾ, ਉਸ ਤੋਂ ਅੱਗੇ ਨਹੀਂ ਜਾ ਸਕਦਾ। ਤਾਂ ਹੀ ਸਾਡੇ ਕਈ ਸੱਜਣ ਵੀ ਬੈਠ ਕੇ ਸਟੇਜਾਂ ਤੇ ਕਥਾ ਕਰਦੇ ਨੇ ਤੇ ਇੱਕ ਦਾਇਰੇ ਤੱਕ ਸੀਮਤ ਹੋ ਕੇ ਰਹਿ ਗਏ ਨੇ। ਅਗਲੀ ਗੱਲ ਸਮਝਣਾ ਹੀ ਨਹੀਂ ਚਾਹੁੰਦੇ। ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ਼ ਨਾ ਸੂਝ। ਖੂਹ ਦੇ ਡੱਡੂ ਨੂੰ ਜਿਵੇਂ ਖੂਹ ਤੋਂ ਬਾਹਰ ਦੀ ਸੋਝੀ ਨਹੀਂ, ਹੰਕਾਰੀ ਬੰਦਿਆਂ ਨੂੰ ਆਪਣੇ ਦਾਇਰੇ ਤੋਂ ਬਾਹਰ ਦੀ ਕੋਈ ਸੋਝੀ ਨਹੀਂ ਰਹਿੰਦੀ। ਇਸ ਕਰਕੇ ਮਹਾਰਾਜ ਕਹਿੰਦੇ ਜੱਜਾ ਜਾਣੈ ਹਉ ਕਿਛ ਹੂਆ, ਬਾਂਧਿਓ ਜਿਉ ਨਲਣੀ ਭ੍ਰਮ ਸੂਆ। ਜੋ ਜਾਣੈ ਹਉ ਭਗਤ ਗਿਆਨੀ, ਆਗੇ ਠਾਕੁਰ ਤਿਲ ਨਹੀਂ ਮਾਨੀ। ਹੁਣ ਕੋਈ ਬੰਦਗੀ ਕਰਦਾ ਤੇ ਆਪਣੀ ਬੰਦਗੀ ਦਾ ਹੰਕਾਰ ਹੋ ਜਾਵੇ, ਤੇ ਮਹਾਰਾਜ ਕਹਿੰਦੇ ਜਿਹੜਾ ਬੰਦਾ ਇਹ ਸੋਚਦਾ ਵੀ ਮੇਰੇ ਤੋਂ ਵੱਡਾ ਭਗਤ ਕੋਈ ਨਹੀਂ, ਮਹਾਰਾਜ ਕਹਿੰਦੇ ਆਪਣੇ ਆਪ ਨੂੰ ਭਗਤ ਸਮਝਣ ਵਾਲਾ ਪ੍ਰਮਾਤਮਾ ਦੇ ਘਰ ਕੁਝ ਵੀ ਨਹੀਂ ਹੁੰਦਾ। ਇਹ ਯਾਦ ਰੱਖਿਓ। ਜਿਹੜਾ ਬੰਦਾ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਸਭ ਕੁਝ ਸਮਝਦਾ ਹੈ, ਰੱਬ ਦੇ ਚਰਨਾਂ ਵਿੱਚ ਕੁਝ ਵੀ ਨਹੀਂ। ਤੇ ਜਿਹੜਾ ਬੰਦਾ ਇੱਥੇ ਆਪਣੇ ਆਪ ਨੂੰ ਕੁਝ ਵੀ ਨਹੀਂ ਸਮਝਦਾ, ਰੱਬ ਦੇ ਘਰ ਉਹ ਸਭ ਕੁਝ ਹੀ ਹੁੰਦਾ ਹੈ। ਤਾਂ ਹੀ ਮਹਾਰਾਜ ਨੇ ਭਗਤ ਦੀ ਸਹੀ ਡੈਫੀਨੇਸ਼ਨ ਦਿੱਤੀ, ਮਤ ਹੋਦੀ ਹੋਏ ਇਆਣਾ, ਤਾਣ ਹੁੰਦਾ ਹੋਏ ਨਤਾਣਾ, ਅਨ ਹੁੰਦਾ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਭਗਤ ਤਾਂ ਉਹ ਜਿਹਦੇ ਕੋਲ ਸਾਰੇ ਗੁਣ ਹੁੰਦੇ ਨੇ, ਪਰ ਫਿਰ ਵੀ ਇਆਣਾ ਤੇ ਭੋਲਾ ਬਣ ਕੇ ਰਹਿੰਦਾ, ਦਰਸਾਉਂਦਾ ਨਹੀਂ ਰਹਿੰਦਾ ਵੀ ਮੇਰੇ ਤੋਂ ਵੱਡਾ ਭਗਤ ਕੋਈ ਨਹੀਂ। ਜੋ ਜਾਣੈ ਹੋ ਭਗਤ ਗਿਆਨੀ, ਆਗੇ ਠਾਕੁਰ ਤਿਲ ਨਹੀਂ ਮਾਨੀ। ਜੋ ਜਾਣੈ ਹੋ ਕਥਨੀ ਕਰਤਾ,
ਵਿਆਪਾਰੀ ਬਸਦਾ ਜੋ ਫਿਰਦਾ। ਜਿਹੜਾ ਇਹ ਸੋਚਦਾ ਹੈ ਵੀ ਮੈਂ ਕਥਨੀ ਕਰਨ ਵਾਲਾ, ਮੇਰੇ ਤੋਂ ਸੋਹਣੀਆਂ ਦਲੀਲਾਂ ਹੀ ਨਹੀਂ ਕੋਈ ਦੇ ਸਕਦਾ, ਮਹਾਰਾਜ ਕਹਿੰਦੇ ਬਸ ਵਪਾਰੀ ਇਹ, ਹੋਰ ਕੁਝ ਵੀ ਨਹੀਂ। ਤੇ ਅੱਜ ਵਪਾਰ ਹੀ ਕਰਨ ਦੇ ਨੇ, ਕੋਈ ਪੈਸੇ ਇਕੱਠੇ ਕਰਨ ਲਈ ਤੇ ਕੋਈ ਸੋਭਾ ਇਕੱਠੀ ਕਰਨ ਲਈ। ਇਹ ਨਾ ਸੋਚੋ ਵੀ ਜਿਹੜਾ ਸਮਾਗਮਾਂ 'ਚ ਪੈਸੇ ਨਹੀਂ ਮੰਗਦਾ ਉਹ ਵਪਾਰੀ ਨਹੀਂ ਹੋ ਸਕਦਾ। ਕਿਸੇ ਨੂੰ ਪੈਸੇ ਚਾਹੀਦੇ ਹੁੰਦੇ ਨੇ ਤੇ ਜਿਹਨੂੰ ਰੱਬ ਨੇ ਘਰ ਵਿੱਚ ਕਿਰਤ ਸੋਹਣੀ ਦਿੱਤੀ, ਉਹ ਕਈ ਵਾਰੀ ਕੀ ਕਰਦਾ ਹੈ, ਉਹ ਸੋਭਾ ਮੰਗਣ ਲੱਗ ਪੈਂਦਾ ਹੈ ਕਿ ਮੈਨੂੰ ਦੁੱਗਣੀ ਸੋਭਾ ਮਿਲੇ। ਲੋਕ ਗੱਲਾਂ ਕਰਨ ਵੀ ਇੱਕ ਤਾਂ ਇਹ ਕਥਾ ਵੀ ਬੜੀ ਸੋਹਣੀ ਕਰਦਾ ਤੇ ਇੱਕ ਭੇਟਾ ਵੀ ਨਹੀਂ ਲੈਂਦਾ। ਹੁਣ ਮੈਂ ਇਹ ਨਹੀਂ ਕਹਿ ਰਿਹਾ ਵੀ ਇਹ ਕੁਝ ਕਰਨਾ ਮਾੜੀ ਗੱਲ ਹੈ, ਚੰਗੀ ਗੱਲ ਹੈ, ਕੋਈ ਨਿਸ਼ਕਾਮ ਸੇਵਾ ਕਰਦਾ ਹੈ, ਪਰ ਉਹ ਕੁਝ ਕਰਕੇ ਹੰਕਾਰੀ ਹੋ ਜਾਣਾ ਇਹ ਉਸ ਤੋਂ ਵੀ ਵੱਡਾ ਪਾਪ ਹੁੰਦਾ ਹੈ। ਤਾਂ ਹੀ ਮਹਾਰਾਜ ਨੇ ਕਿਹਾ ਕਬੀਰ ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਣ ਤਜਿਆ ਨਾ ਜਾਏ। ਇਸ ਕਰਕੇ ਮਹਾਰਾਜ ਕਹਿੰਦੇ ਕੁਝ ਵੀ ਕਰਨਾ ਹੈ ਮਨ ਕਾ ਮਾਨ ਤਿਆਗੋ। ਮਹਾਰਾਜ ਕਹਿੰਦੇ ਜਬ ਲਗ ਜਾਣੈ ਮੁਝ ਤੇ ਕਛ ਹੋਏ, ਤਬ ਇਸਕੋ ਸੁਖ ਨਾਹੀ ਕੋਏ। ਜੇ ਅੰਦਰ ਦਾ ਸੁੱਖ ਲੈਣਾ ਹੈ ਤੇ ਭਾਈ ਮਨ ਦੇ ਮਾਨ ਨੂੰ ਤਿਆਗ ਦੇ, ਕਿਉਂਕਿ ਜਦੋਂ ਤੱਕ ਇਹ ਸਮਝੇਗਾ ਕਿ ਮੈਂ ਕੁਝ ਕਰਨ ਵਾਲਾ, ਮਹਾਰਾਜ ਕਹਿੰਦੇ ਓਨੀ ਦੇਰ ਤੱਕ ਤੈਨੂੰ ਅੰਦਰ ਦਾ ਸੁੱਖ ਨਹੀਂ ਮਿਲ ਸਕਦਾ। ਆ ਬਚਨ ਸੌਖੇ ਨੇ, ਜਬ ਲਗ ਜਾਣੈ ਮੁਝ ਤੇ ਕਛ ਹੋਏ, ਤਬ ਇਸਕੋ ਸੁਖ ਨਾਹੀ ਕੋਏ। ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਜਦੋਂ ਤੱਕ ਇਹ ਸਮਝੇਗਾ ਵੀ ਸਭ ਕੁਝ ਮੈਂ ਕਰਨ ਵਾਲਾ, ਮਹਾਰਾਜ ਕਹਿੰਦੇ ਗਰਭ ਦੇ ਵਿੱਚ ਜੰਮਣ ਮਰਨ ਵਿੱਚ ਭੜਕਦਾ ਰਹੇਗਾ। ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਇਹਦਾ ਕਾਰਜ ਤਾਂ ਸਵਰੇਗਾ ਜੇ ਮੇਰੀ ਮੇਰੀ ਛੱਡੇਗਾ। ਹੱਥ ਜੋੜ ਕੇ ਪਰਮਾਤਮਾ ਨੂੰ ਕਹਿਣਾ ਆ ਜਾਵੇ, ਪਰਮਾਤਮਾ ਤੂੰ ਕਰਾਉਣ ਵਾਲਾ, ਤੂੰ ਵਿੱਚ ਵਰਤੀ। ਤਾਂ ਹੀ ਸਤਿਗੁਰੂ ਜੀ ਨੇ ਨਾ ਜੀ ਸਾਨੂੰ ਅਰਦਾਸ ਕਰਨ ਦੀ ਹਦਾਇਤ ਕੀਤੀ ਕਿ ਭਾਈ ਕੋਈ ਵੀ ਕਾਰਜ ਕਰਨ ਨਿਕਲੋ ਅਰਦਾਸ ਕਰਕੇ ਜਾਣਾ ਹੈ। ਇਹ ਕਿਉਂ ਕਿਹਾ ਗਿਆ, ਇਹ ਗੱਲ ਧਿਆਨ ਦੇ ਕੇ ਸੁਣਿਓ, ਕਿਉਂਕਿ ਇੱਕ ਨਾ ਵੀਰ ਮਿਲਿਆ, ਉਹ ਅਕਸਰ ਇਹ ਗੱਲ ਕਹਿੰਦਾ ਹੁੰਦਾ ਹੈ, ਆਖੇ ਜੀ ਅਰਦਾਸ ਤਾਂ ਚਾਪਲੂਸੀ ਕਰਨਾ, ਮੈਂ ਅਰਦਾਸਾਂ ਤੇ ਭਰੋਸਾ ਨਹੀਂ ਕਰਦਾ। ਉਹ ਵੀਰ ਕਹਿੰਦਾ ਅਰਦਾਸ ਕਰਨਾ ਤਾਂ ਚਾਪਲੂਸੀ ਕਰਨਾ ਹੈ, ਤੇ ਅਸੀਂ ਇਹੋ ਜਿਹੇ ਰੱਬ ਨੂੰ ਮੰਨਦੇ ਹੀ ਨਹੀਂ ਜਿਹੜਾ ਚਾਪਲੂਸੀ ਕਰਾ ਕੇ ਸਾਨੂੰ ਕੁਝ ਦਿੰਦਾ। ਅਸੀਂ ਨਹੀਂ ਕਿਸੇ ਦੀ ਚਾਪਲੂਸੀ ਕਰਨੀ। ਤੇ ਮੈਂ ਬੇਨਤੀ ਕਰਾਂ ਸਾਧ ਸੰਗਤ, ਅਰਦਾਸ ਕਰਨਾ ਚਾਪਲੂਸੀ ਕਰਨਾ ਨਹੀਂ ਹੈ। ਕਿਉਂ ਕਿਹਾ ਗਿਆ ਵੀ ਅਰਦਾਸ ਕਰੀਏ? ਇਸ ਕਰਕੇ ਕਿਹਾ ਗਿਆ ਕਿਉਂਕਿ ਜਿਹੜਾ ਹੁਣ ਬੰਦਾ ਇਹ ਸਮਝ ਰਿਹਾ ਨਾ ਵੀ ਮੈਂ ਚਾਪਲੂਸੀ ਨਹੀਂ ਕਰਨੀ, ਸਭ ਕੁਝ ਮੈਂ ਹੀ ਕਰਨ ਵਾਲਾ, ਤੇ ਜਦੋਂ ਬੰਦਾ ਹੰਕਾਰੀ ਹੋ ਕੇ ਕੋਈ ਕੰਮ ਕਰਨ ਨਿਕਲੇਗਾ ਨਾ ਜੀ, ਉਹਦਾ ਕੰਮ ਜ਼ਰੂਰ ਵਿਗੜੇਗਾ। ਉਹਨੂੰ ਸਹੀ ਸੋਝੀ ਨਹੀਂ ਆ ਪਾਉਣੀ, ਉਹ ਸਹਿਜ ਵਿੱਚ ਹੀ ਨਹੀਂ ਰਵੇਗਾ ਤੇ ਅਕਸਰ ਕੰਮ ਦੇ ਵਿੱਚ ਗਲਤੀਆਂ ਕਰ ਬੈਠਦਾ ਹੰਕਾਰੀ ਬੰਦਾ। ਇਸ ਕਰਕੇ ਮਹਾਰਾਜ ਨੇ ਕਿਹਾ ਅਰਦਾਸ ਕਰਕੇ ਨਿਕਲੋ, ਪ੍ਰਮਾਤਮਾ ਤੂੰ ਕਰਾਉਣਾ ਹੈ। ਤੇ ਇਹ ਕੇਵਲ ਸ਼ਬਦਾਂ ਕਰਕੇ ਨਹੀਂ, ਇਹ ਨਹੀਂ ਵੀ ਅਸੀਂ ਕੇਵਲ ਜ਼ਬਾਨ ਕਰਕੇ ਕਹਿ ਦਈਏ ਰੱਬਾ ਤੂੰ ਕਰਾਉਣਾ ਹੈ। ਅਰਦਾਸ ਅੰਦਰੋਂ ਨਿਕਲੇ, ਇਹ ਭਾਵਨਾ ਅੰਦਰੋਂ ਨਿਕਲੇ, ਪ੍ਰਮਾਤਮਾ ਇਸ ਕਾਰਜ ਵਿੱਚ ਤੂੰ ਵਰਤੀ। ਤੇ ਇਸ ਕਰਨ ਦੇ ਨਾਲ ਕੀ ਹੋਏਗਾ, ਇਹਦਾ ਮਨ ਦਾ ਮਾਣ ਛੜੀਚੇਗਾ, ਹੰਕਾਰ ਦੂਰ ਹੋਵੇਗਾ ਤੇ ਅੰਦਰ ਨਿਮਰ ਭਾਵ ਆਏਗਾ। ਅੰਦਰ ਇਹ ਭਾਵਨਾ ਆਏਗੀ ਵੀ ਕਰਾਉਣ ਵਾਲਾ ਪ੍ਰਮਾਤਮਾ ਹੈ, ਮੈਂ ਤਾਂ ਬਸ ਜਰੀਆ ਹਾਂ। ਹੰਕਾਰ ਦੂਰ ਹੋ ਗਿਆ ਤੇ ਇਹਦਾ ਕਾਰਜ ਸਵਰ ਜੇਗਾ। ਜਬ ਲਗ ਮੇਰੀ ਮੇਰੀ ਕਰੈ। ਹੁਣ ਕਿਉਂ ਅਰਦਾਸ ਕਰ ਲਈ ਕਿਹਾ ਗਿਆ? ਕਿਉਂਕਿ ਜੇ ਅਰਦਾਸ ਨਹੀਂ ਕਰਦਾ, ਇਹ ਸੋਚਦਾ ਵੀ ਮੈਂ ਹੀ ਕਰ ਲੈਣਾ, ਮੈਨੂੰ ਨਹੀਂ ਲੋੜ ਪਰਮਾਤਮਾ ਦੀ, ਤੇ ਮਹਾਰਾਜ ਕਹਿੰਦੇ ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਜਿੰਨੀ ਦੇਰ ਤੱਕ ਮੇਰੀ ਮੇਰੀ ਕਰਦਿਆਂ ਕੰਮ ਕਰਨ ਜਾਵੇਂਗਾ ਨਾ, ਤੇਰਾ ਕੰਮ ਨਹੀਂ ਸਵਰਨਾ। ਇਸ ਕਰਕੇ ਅਰਦਾਸ ਕਰੋ, ਪਰਮਾਤਮਾ ਤੂੰ ਵਿੱਚ ਵਰਤ। ਇਹਦੇ ਨਾਲ ਕੀ ਹੋਏਗਾ ਵੀ ਇਹਦੀ ਮੇਰੀ ਮੇਰੀ ਛੱਡੀ ਜਾਏਗੀ, ਤੇ ਜਦੋਂ ਮੇਰੀ ਮੇਰੀ ਛੱਡਤੀ ਕਾਜ ਸਵਰ ਜਾਵੇਗਾ। ਇਸ ਕਰਕੇ ਇਹੋ ਜਿਹੇ ਬੰਦਿਆਂ ਨੂੰ ਸੁਣਨਾ ਬੰਦ ਕਰੋ ਜਿਹੜੇ ਅਰਦਾਸਾਂ ਨੂੰ ਵੀ ਚਾਪਲੂਸੀਆਂ ਦੱਸਦੇ ਨੇ। ਤਾਂ ਮਹਾਰਾਜ ਕਹਿੰਦੇ ਸਾਧੋ ਮਨ ਕਾ ਮਾਨ ਤਿਆਗੋ। ਕਿਵੇਂ ਛੱਡ ਸਕਦੇ, ਕਿਵੇਂ ਤਿਆਗ ਸਕਦੇ ਆ? ਯਾਦ ਕਰੋ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ। ਤੁਸੀਂ ਦੇਖੋ ਆਪ ਜੀ ਨੇ ਕਿੰਨੀ ਘਾਲਣਾ ਘਾਲ ਕੇ ਸਾਨੂੰ ਹਰਿਮੰਦਰ ਸਾਹਿਬ ਬਖਸ਼ਿਆ। ਜਿਸ ਪਾਵਨ ਅਸਥਾਨ ਤੇ ਜਾ ਕੇ ਟੁੱਟਿਆਂ ਦੇ ਅੰਦਰ ਜੁੜ ਜਾਂਦੇ ਨੇ, ਜਿਨ੍ਹਾਂ ਦੇ ਰਸ ਮਰ ਗਏ ਉਹਨਾਂ ਦੇ ਰਸ ਉੱਥੇ ਜਾ ਕੇ ਫਿਰ ਹਰੇ ਹੋ ਜਾਂਦੇ ਨੇ। ਉਹ ਹਰਿਮੰਦਰ ਸਾਹਿਬ ਸਿਰਜਣ ਵਾਲੇ ਧੰਨ ਗੁਰੂ ਅਰਜਨ ਸਾਹਿਬ, ਜਦੋਂ ਇਹ ਸੋਹਣਾ ਦ੍ਰਿਸ਼ ਬਣਿਆ ਨਾ ਜੀ, ਸਾਰੀ ਸੰਗਤ ਰਸਨਾ ਤੋਂ ਕਰ ਉੱਠੀ ਧੰਨ ਗੁਰੂ ਅਰਜਨ, ਧੰਨ ਗੁਰੂ ਅਰਜਨ। ਦੁਨੀਆ ਧੰਨ ਗੁਰੂ ਅਰਜਨ, ਧੰਨ ਗੁਰੂ ਅਰਜਨ ਕਰ ਰਹੀ ਏ। ਤੇ ਗੁਰੂ ਅਰਜਨ ਸਾਹਿਬ ਅੱਗੋਂ ਪਤਾ ਕੀ ਕਹਿੰਦੇ ਨੇ? ਮਹਾਰਾਜ ਕਹਿੰਦੇ ਇਹ ਕਰਨ ਵਾਲਾ ਮੈਂ ਨਹੀਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ। ਕਰਾਉਣ ਵਾਲਾ ਪਰਮਾਤਮਾ ਹੈ। ਤੁਸੀਂ ਦੇਖੋ ਇੰਨਾ ਕੁਝ ਬਖਸ਼ ਦਿੱਤਾ, ਪਰ ਆਪਣੇ ਆਪ ਨੂੰ ਕੋਈ ਕ੍ਰੈਡਿਟ ਨਹੀਂ ਲਿਆ, ਕ੍ਰੈਡਿਟ ਪਰਮਾਤਮਾ ਨੂੰ ਦੇ ਦਿੱਤਾ। ਫਿਰ ਤੁਸੀਂ ਦੇਖੋ ਅੱਜ ਦੇਖੋ ਅਸੀਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ
ਧੰਨ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦੇ ਆ। ਪੂਰੀ ਖਲਕਤ ਜੇ ਅੱਜ ਸਹੀ ਰਸਤੇ ਤੇ ਚੱਲਣਾ ਚਾਹੁੰਦੀ ਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਰਸਤਾ ਦਿਖਾਉਂਦੇ ਨੇ। ਤੇ ਐਸਾ ਮਹਾਨ ਗ੍ਰੰਥ ਬਖਸ਼ਣ ਵਾਲੇ ਧੰਨ ਗੁਰੂ ਅਰਜਨ ਸਾਹਿਬ ਕੀ ਬਚਨ ਕਰਦੇ ਨੇ? ਇੰਨਾ ਕੁਝ ਬਖਸ਼ ਕੇ ਵੀ ਬੋਲ ਰਹੇ ਨੇ, ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀ ਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਈ ਹੋਈ। हे परमात्मा, मैं ਤਾਂ ਨਿਰਗੁਣ ਹਾਂ, ਮੈਂ ਕਰਨ ਵਾਲਾ ਨਹੀਂ, ਤੈਨੂੰ ਤਰਸ ਪਿਆ ਤੇ ਸਭ ਕੁਝ ਹੋਇਆ। ਆਮ ਤੌਰ ਤੇ ਕੋਈ ਬੰਦਾ ਕਿਤਾਬ ਵੀ ਲਿਖ ਲਵੇ ਨਾ ਤੇ ਇੰਨਾ ਹੰਕਾਰੀ ਹੋ ਜਾਂਦਾ ਵੀ ਦੁਨੀਆ ਸਮਝੇ ਵੀ ਮੈਂ ਇੰਨੇ ਗਿਆਨ ਦਾ ਮਾਲਕ, ਤੇ ਆਪਣੇ ਹੱਕ ਵੀ ਰਾਖਵੇਂ ਰੱਖ ਲੈਂਦਾ ਹੈ। ਪਰ ਧੰਨ ਗੁਰੂ ਅਰਜਨ ਸਾਹਿਬ ਦੁਨੀਆ ਦਾ ਸਭ ਤੋਂ ਮਹਾਨ ਗ੍ਰੰਥ ਬਖਸ਼ ਕੇ ਵੀ ਕਹਿ ਰਹੇ ਨੇ, ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀ ਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਈ ਹੋਈ, ਤਰਸ ਪਿਆ ਮੇ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਕਿਤੇ ਸਾਨੂੰ ਵੀ ਕਹਿਣਾ ਆ ਜਾਵੇ, ਸਤਿਗੁਰੂ ਮੈਂ ਨਿਤਨੇਮ ਨਹੀਂ ਸੀ ਕਰ ਸਕਦਾ, ਤੂੰ ਕਰਾਉਣਾ ਹੈ ਤੇ ਹੁੰਦਾ ਹੈ। ਵਾਹਿਗੁਰੂ ਮੇਰੇ ਤੋਂ ਨਾਮ ਨਹੀਂ ਜਪਿਆ ਜਾਂਦਾ, ਤੂੰ ਜਪਾਉਣਾ ਹੈ ਤੇ ਜਪਿਆ ਜਾਂਦਾ ਹੈ। ਦਾਤਾਰ ਕੋਠੀਆਂ ਮੈਂ ਨਹੀਂ ਸੀ ਖੜੀਆਂ ਕਰ ਸਕਦਾ, ਤੇਰੀ ਬਖਸ਼ਿਸ਼ ਹੋਈ ਤੇ ਸੋਹਣਾ ਘਰ ਬਣਿਆ ਹੈ। ਵਾਹਿਗੁਰੂ ਮੈਂ ਕਥਾ ਨਹੀਂ ਸੀ ਕਰ ਸਕਦਾ, ਤੂੰ ਕਰਾਉਣਾ ਹੈ ਤੇ ਕਥਾ ਹੁੰਦੀ ਹੈ। ਮੈਂ ਸੋਹਣਾ ਕੀਰਤਨ ਨਹੀਂ ਕਰ ਸਕਦਾ, ਤੂੰ ਰਾਸ ਬਖਸ਼ਦਾ ਹੈ ਤੇ ਕੀਰਤਨ ਹੁੰਦਾ ਹੈ। ਪਰਮਾਤਮਾ ਮੇਰੇ ਪੱਲੇ ਕੁਝ ਨਹੀਂ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗੈ ਮੇਰਾ। ਜੇ ਸਭ ਕੁਝ ਬਖਸ਼ਣ ਵਾਲਾ ਹੀ ਪਰਮਾਤਮਾ ਹੈ ਤੇ ਇਹਦਾ ਕ੍ਰੈਡਿਟ ਪਰਮਾਤਮਾ ਨੂੰ ਦੇ ਦਈਏ ਤੇ ਸਾਡਾ ਕੀ ਘਟ ਜਾਊਗਾ। ਹੁਣ ਤੁਸੀਂ ਦੇਖੋ ਬੰਦੇ ਹੁਣ ਡਾਕਟਰ ਮਾਨ ਕਰਕੇ ਬੈਠ ਜਾਣ, ਮੈਂ ਫਿਰ ਇੱਕ ਵਿੱਚੋਂ ਨਿਕਲ ਕੇ ਬੇਨਤੀ ਕਰਨ ਲੱਗਾ, ਡਾਕਟਰ ਮਾਨ ਕਰਕੇ ਬੈਠ ਜਾਣ ਵੀ ਬਚਾਉਣ ਵਾਲੇ ਅਸੀਂ, ਤੇ ਮਹਾਰਾਜ ਕਹਿੰਦੇ ਕਬੀਰ ਵੈਦ ਕਹੈ ਹਉ ਹੀ ਭਲਾ, दारू मेरे वस ये तो वस्त गोपाल की, जब भावे ले खस, जिंदगी मौत परमात्मा दे हथ है। जदों उहदा हुक्म हो गया भी बंदे दे सवास खत्म ने, जिन्नियां मर्जी दवाइयां वरत लिओ, फिर नहीं तुहाडे तो बचना बंदा, क्योंकि जीवन ते मौत रब दे हथ है। काहदा मान इंजीनियर मान करे भी मैं इन्नी इन्वेंशनस करन वाला, मैं दुनिया नूं इन्नी टैक्नोलॉजी देने वाला। महाराज उहदे हंकार नूं तोड़दियां कह रहे ने, पंच तत् कर तुद सृष्ट सब साजी, कोई सेवा करिओ जे किछ कीता होवे। हे इंजीनियर तू इन्ना कुछ बना के मान ना करी, जो कुछ बना रहा है पंजा तत्तां चों ही बना रहा है, जे इन्ना ही काबल है छेवां तत्त बना के दिखा दे। महाराज ने बंदियां दे मान तोड़े ने। हुण बंदा जे क्रेडिट लै लवे तो महाराज कहते ये बख्शण वाला परमात्मा है, तो जिहड़ी चीज़ देण वाला परमात्मा है, फिर उहदा क्रेडिट उहनूं दे दईए, कोई घट नहीं जाता। हाँ साडा मान खत्म हो जाएगा, साडा मान निकल जाएगा, असीं हंकारी नहीं रवांगे तो साडे जीवन च सुख आ जाएगा। सतगुरु जी कह रहे ने ये अवस्था बने, कबीर मेरा मुझ में किछ नहीं, जो किछ है सो तेरा, तेरा तुझको सौंपते क्या लग गया मेरा। तो फिर नतीजा की निकलेगा, क्रेडिट परमात्मा नूं दे दिए, हंकार छड्ड दिए, महाराज मन का मान क्यों त्यागना है, नतीजा की निकलेगा। तो महाराज कहंदे कबीर तू तू करता तू हुआ, मुझ में रहा ना हूँ, जब आपा पर का मिट गया, जत देखो तत तू, जदों मन दा मान त्याग दिता, तू तू करन वाला फिर तू च अभेद हो जाता है। ਜਿਹੜਾ परमात्मा ਨੂੰ क्रेडिट देना शुरू कर दवे, परमात्मा तू तू तेरा तेरा करन लग पवे, ਉਹਨੂੰ फिर हर किसे चों ही परमात्मा दिखन लग जाता है, तो जीवन मनोरथ ਉਹਦਾ पूरा हो जाता है, इस दुनिया ते आउणा ਉਹਦਾ सफल हो जाता है। इस करके महाराज कहते साधो मन का मान त्यागो, भाई अपने मन का मान त्याग दे, काम क्रोध संगत दुर्जन की, ताते ऐनस भागो, इन्हां वकारां दी संगत ना कर, इन्हां वकारां दी संगत तो दूर रह। ये पूरी भाव अर्थ आपां इस शब्द दे विचारे। आओ हुण आपां इस शब्द दे अखरी अर्थ दे विच जुड़ना है। आओ जिन्ने भी आपां जुड़ बैठे हाँ रसना नूं पवित्र करिए और सारे उचारण करिए जी। सतनाम श्री वाहिगुरु साहिब जी। सतनाम श्री वाहिगुरु साहिब जीओ। एक ओंकार सतगुर प्रसाद। इस शब्द नूं उचारण करन तो पहला सतगुरु जी ने मंगलाचरण उचारण कीता है। एक ओंकार परमात्मा एक है ते एक रस व्यापक है। सतगुर प्रसाद
ਤੇ ਉਹ ਇੱਕ ਪਰਮਾਤਮਾ ਫਿਰ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਰਾਗ ਗੌੜੀ ਮਹੱਲਾ ਨਾਵਾ। ਗੌੜੀ ਰਾਗ ਦੇ ਅੰਦਰ ਮਹੱਲਾ ਨਾਵਾ ਭਾਵ ਗੁਰੂ ਨਾਨਕ ਸਾਹਿਬ ਦੇ 9ਵੇਂ ਸਰੀਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਹ ਬਚਨ ਉਚਾਰਨ ਕਰ ਰਹੇ ਹਨ। ਸਾਧੋ ਮਨ ਕਾ ਮਾਨ ਤਿਆਗੋ। ਮਹਾਰਾਜ ਬਖਸ਼ਿਸ਼ ਕਰਦੇ ਨੇ, ਇਹ ਸਾਧਨਾ ਕਰਨ ਵਾਲਿਆ ਆਪਣੇ ਮਨ ਦੇ ਮਾਨ ਨੂੰ ਤਿਆਗ ਦੇ। ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਨਸ ਭਾਗੋ। ਮਹਾਰਾਜ ਕਹਿੰਦੇ ਕਾਮ ਕ੍ਰੋਧ ਸੰਗਤ ਦੁਰਜਨ ਕੀ। ਜੇ ਕੋਈ ਵਕਾਰਾਂ ਦੀ ਕਾਮ ਕ੍ਰੋਧ ਦੀ ਸੰਗਤ ਕਰ ਰਿਹਾ ਹੈ ਨਾ, ਇਹ ਸੰਗਤ ਵੀ ਇਸ ਤਰ੍ਹਾਂ ਹੈ ਜਿਵੇਂ ਕੋਈ ਭੈੜੇ ਬੰਦੇ ਦੀ ਸੰਗਤ ਕਰ ਰਿਹਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਹਨਾਂ ਵਕਾਰਾਂ ਦੀ ਸੰਗਤ ਨਾ ਕਰੋ। ਤਾਤੇ ਅਹਨਿਸ ਭਾਗੋ। ਅਹਨਿਸ ਤੋਂ ਭਾਵ ਦਿਨ ਤੇ ਰਾਤ। ਇਹ ਨਿਸ ਦਿਨ ਰਾਤ, ਦਿਨ ਤੇ ਰਾਤ ਹੀ ਇਹਨਾਂ ਵਕਾਰਾਂ ਤੋਂ ਦੂਰ ਰਵੋ। ਸੁਪਨੇ ਬਿੰਦ ਨਾ ਦੇਈ ਝਰਨਾ। ਸੁਪਨੇ ਵਿੱਚ ਵੀ ਤੁਹਾਡੇ ਅੰਦਰ ਕਾਮ ਨਾ ਆਵੇ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਹੀ ਕਿਹਾ ਹੈ ਕਿ ਸੁਪਨੇ ਦੇ ਵਿੱਚ ਵੀ ਪਰਾਈ ਸੇਜ ਤੇ ਨਹੀਂ ਜਾਣਾ। ਤੇ ਕ੍ਰੋਧ ਦੀ ਗੱਲ ਆਈ, ਮਹਾਰਾਜ ਕਹਿੰਦੇ ਬਿਨਸੇ ਕ੍ਰੋਧ ਖਿਮਾ ਗਏ ਲਈ। ਕ੍ਰੋਧ ਛੱਡ ਕੇ ਖਿਮਾ ਨੂੰ ਧਾਰਨ ਕਰੋ, ਕਿਉਂਕਿ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲੈ। ਇਹ ਕਾਮ ਕ੍ਰੋਧ ਵਰਗੇ ਵਿਕਾਰ ਸਾਡੇ ਅੰਦਰ ਨੂੰ ਖਤਮ ਕਰ ਦਿੰਦੇ ਨੇ। ਇਸ ਕਰਕੇ ਭੁੱਲ ਕੇ ਵੀ ਇਹਨਾਂ ਵਿਕਾਰਾਂ ਦੀ ਸੰਗਤ ਨਹੀਂ ਕਰਨੀ। ਤੇ ਤੁਸੀਂ ਦੇਖ ਲਵੋ ਅੱਜ ਬੰਦਾ ਇਹਨਾਂ ਦੀ ਸੰਗਤ ਕਰ ਰਿਹਾ ਹੈ। ਕਿਵੇਂ ਕਰਦਾ ਹੈ? ਕੋਈ ਕਾਮ ਭਰੀਆਂ ਚੀਜ਼ਾਂ ਦੇਖ ਰਿਹਾ ਟੀਵੀ ਦੇ ਵਿੱਚ, ਕੋਈ ਲੱਚਰ ਗੀਤ ਸੁਣ ਰਿਹਾ। ਹੁਣ ਕੋਈ ਗੀਤਕਾਰ ਗੀਤਾਂ ਦੇ ਵਿੱਚ ਪਰਾਏ ਤਨ ਦਾ ਜ਼ਿਕਰ ਕਰ ਰਿਹਾ, ਭੈਣਾਂ ਦੇ ਅੰਗਾਂ ਦਾ ਜ਼ਿਕਰ ਕਰ ਰਿਹਾ, ਤੇ ਉਹ ਗੀਤ ਸੁਣਨ ਵਾਲਾ ਕੀ ਕਰ ਰਿਹਾ? ਕਾਮ ਦੀ ਸੰਗਤ ਕਰ ਰਿਹਾ। ਟੀਵੀਆਂ ਦੇ ਵਿੱਚ ਲੜਾਈਆਂ ਦਿਖਾਈਆਂ ਜਾ ਰਹੀਆਂ ਨੇ, ਬਦਲੇ ਲੈਣੇ ਦਿਖਾਏ ਜਾ ਰਹੇ ਨੇ, ਕ੍ਰੋਧ ਭਰੀਆਂ ਗੱਲਾਂ ਹੋ ਰਹੀਆਂ ਨੇ, ਤੇ ਉਹਨੂੰ ਦੇਖਣ ਵਾਲਾ ਕੀ ਕਰ ਰਿਹਾ ਹੈ? ਕ੍ਰੋਧ ਦੀ ਸੰਗਤ ਕਰ ਰਿਹਾ। ਮਹਾਰਾਜ ਕਹਿੰਦੇ ਭੁੱਲ ਕੇ ਵੀ ਇਹ ਨਹੀਂ ਕਰਨਾ। ਤੇ ਮੈਂ ਅਕਸਰ ਬੇਨਤੀ ਕਰਦਾ ਹੁੰਦਾ ਹੈ, ਪੁਰਾਣੇ ਸਮੇਂ ਸਿੱਖ ਵੇਸ਼ਵਾ ਦੇ ਦੁਆਰੇ ਜਾਣੋਂ ਬਚਦੇ ਹੁੰਦੇ ਸੀ। ਭੁੱਲ ਕੇ ਵੀ ਵੇਸ਼ਵਾ ਦੁਆਰੇ ਨਹੀਂ ਜਾਣਾ। ਤੇ ਮਾੜੇ ਲੋਕ ਆਈ ਰਾਤ ਵੇਸ਼ਵਾ ਦੇ ਦੁਆਰੇ ਜਾਂਦੇ ਹੁੰਦੇ ਸੀ। ਉਦੋਂ ਦੁਨੀਆ ਫਿਰ ਵੀ ਬਚ ਜਾਂਦੀ ਸੀ, ਕਿਉਂਕਿ ਕਿਸੇ ਇਲਾਕੇ 'ਚ ਕਿਤੇ ਕਿਤੇ ਵੇਸ਼ਵਾ ਦੁਆਰਾ ਹੁੰਦਾ ਸੀ। ਪਰ ਅੱਜ ਦੇਖ ਲਓ ਇਹ ਵੇਸ਼ਵਾ ਦੁਆਰੇ ਘਰ ਘਰ 'ਚ ਆ ਗਏ ਨੇ। ਹੁਣ ਟੀਵੀ ਕੀ ਹੈ? ਟੀਵੀ ਤੇ ਜੇ ਕੋਈ ਨੱਚਦੀਆਂ ਧੀਆਂ ਨੂੰ ਦੇਖ ਰਿਹਾ, ਕੀ ਕਰ ਰਿਹਾ? ਵੇਸ਼ਵਾ ਦੇ ਕੋਲ ਬੈਠਾ। ਖਿਮਾ ਕਰ ਦਿਓ, ਅੱਜ ਅਸੀਂ ਅੰਮ੍ਰਿਤ ਛਕ ਕੇ ਕਿ ਗਾਤਰੇ ਪਾ ਕੇ ਦਾੜੇ ਰੱਖ ਕੇ ਵੀ ਵੇਸ਼ਵਾ ਦੇ ਦੁਆਰੇ ਬਹਿ ਜਾਂਦੇ ਨੇ। ਟੀਵੀ ਦੇ ਵਿੱਚ ਨੱਚਦੀਆਂ ਨੂੰ ਦੇਖਦੇ ਨੇ, ਲੱਚਰ ਗੀਤ ਸੁਣਦੇ ਨੇ। ਜਿਹੜੀਆਂ ਭੈਣਾਂ ਕਦੀ ਇਸ ਗੱਲੋਂ ਸੰਗਦੀਆਂ ਸਨ ਕਿ ਲੋਕ ਮੇਰੇ ਤਨ ਨੂੰ ਨਾ ਦੇਖਣ, ਅੱਜ ਤੁਸੀਂ ਦੇਖ ਲਓ ਟਿਕਟੌਕ ਵਰਗੀਆਂ ਐਪਸ ਤੇ ਆਪਣੇ ਤਨ ਦਾ ਪ੍ਰਗਟਾਵਾ ਕਰ ਰਹੀਆਂ ਨੇ। ਵੇਸ਼ਵਾ ਦੇ ਦੁਆਰੇ ਜਾਣਾ ਦੂਰ ਦੀ ਗੱਲ, ਅੱਜ ਆਪ ਹੀ ਅਸੀਂ ਵੇਸ਼ਵਾ ਬਣ ਗਏ। ਖਿਮਾ ਕਰ ਦਿਓ, ਮੈਂ ਬੇਨਤੀ ਕੀਤੀ ਸਾਧ ਸੰਗਤ। ਮਹਾਰਾਜ ਕਹਿੰਦੇ ਭੁੱਲ ਕੇ ਵੀ ਇਹ ਕਾਮ ਕ੍ਰੋਧ ਦੀ ਸੰਗਤ ਨਹੀਂ ਕਰਨੀ। ਹੁਣ ਜੇ ਕੋਈ ਟੀਵੀ ਤੇ ਲੱਚਰ ਦੇਖ ਰਿਹਾ, ਕਾਮ ਦੀ ਸੰਗਤ ਕਰ ਰਿਹਾ, ਕ੍ਰੋਧ ਭਰੀਆਂ ਗੱਲਾਂ ਦੇਖ ਰਿਹਾ, ਕ੍ਰੋਧ ਦੀ ਸੰਗਤ ਕਰ ਰਿਹਾ। ਇਸ ਕਰਕੇ ਕਦੀ ਵੀ ਮੋਬਾਈਲ ਤੇ ਟੀਵੀ ਤੇ ਕੁਝ ਵੀ ਐਸਾ ਨਾ ਦੇਖੋ ਜਿਹੜੀਆਂ ਚੀਜ਼ਾਂ ਵਿਕਾਰਾਂ ਨਾਲ ਭਰੀਆਂ ਨੇ। ਦੇਖਣਾ ਹੈ ਤਾਂ ਚੰਗਾ ਦੇਖੋ, ਜਿਹਦੇ ਤੋਂ ਸਾਨੂੰ ਕੁਝ ਸਹੀ ਸਿੱਖਣ ਨੂੰ ਮਿਲੇ। तो महाराज कहते ने काम क्रोध संगत दुर्जन की ताते अहनस भागो। ये काम क्रोध भी इस तरह है जिवें भैड़े बंदे की संगत करना। इस करके इन्हां वकारां दी संगत तो आए दिन रात दूर रवो। कबीर साकत संग ना कीजिए दूरों जाइए भाग ताते अहनस भागो। इन्हां वकारां तो दूर रहना करो। रहाओ ये पूरे शब्द का केंद्री भाव सी जी। रहाओ इत्थे ठहराओ दे के सतगुरु जी अगे फरमाउणा करदे हन। सुख दुख दोनों सम कर जाने और मान अपमान। ते महाराज कहंदे फिर जेड़ा बंदा इस पासे तुरदा है, मन दे मान नूं त्यागन पासे तुरदा है, काम क्रोध दी संगत तो दूर भजदा है, फिर वो बंदा एक आ भी कुछ करदा है। वो बंदे दे अंदर ही ये अवस्था आउंदी है सुख दुख दोनों सम कर जाना है। फिर वो सुख ते दुख नूं बराबर समझदा है। सुख दे विच बहुता खुश नहीं हुंदा ते दुख दे विच तड़फदा नहीं। सुख ते दुख नूं बराबर समझदा है और मान अपमाना। जे कोई उहनूं इज्जत देवे तां भी ओहदा अंदर असमान ते नहीं उड्डदा ते जे कोई ओहदा अपमान कर दवे अंदरों टुट नहीं जांदा। मान ते अपमान दे विच ओहदी अंदर दी जिहड़ी हालात है, अंदर दी कंडीशन है,
ਅੰਦਰ ਦੀ ਦਸ਼ਾ ਹੈ ਉਹ ਸੇਮ ਰਹਿੰਦੀ ਹੈ। ਉਹਨੂੰ ਨਾ ਤਾਂ ਮਾਣ ਤੇ ਫਰਕ ਪੈਂਦਾ ਹੈ, ਨਾ ਅਪਮਾਨ ਹੋਣ ਤੇ ਫਰਕ ਪੈਂਦਾ ਹੈ। ਸੁੱਖ ਦੁੱਖ ਦੋਨੋਂ ਸਮ ਕਰ ਜਾਣਾ ਹੈ। ਸੁੱਖ ਤੇ ਦੁੱਖ ਨੂੰ ਜਿਹੜਾ ਬਰਾਬਰ ਕਰਕੇ ਜਾਣਦਾ ਹੈ, ਔਰ ਮਾਣ ਅਪਮਾਨਾਂ ਤੇ ਮਾਣ ਅਪਮਾਨ ਦੇ ਵਿੱਚ ਵੀ ਅੰਦਰ ਦੇ ਹਾਲਾਤ ਸੇਮ ਰਹਿੰਦੇ ਹਨ। ਹਰਖ ਸੋਗ ਤੇ ਰਹਿ ਅਤੀਤਾ, ਤਿੰਨ ਜਗ ਤਤ ਪਛਾਨਾ। ਹਰਖ ਭਾਵ ਖੁਸ਼ੀ, ਸੋਗ ਭਾਵ ਗਮੀ। ਹਰਖ ਸੋਗ ਤੇ ਰਹਿ ਅਤੀਤਾ, ਖੁਸ਼ੀ ਗਮੀ ਤੋਂ ਵੀ ਨਿਰਲੇਪ ਰਹਿੰਦਾ ਹੈ। ਅਤੀਤਾ ਤੋਂ ਭਾਵ ਨਿਰਲੇਪ ਰਹਿੰਦਾ ਹੈ, ਖੁਸ਼ੀ ਤੇ ਗਮੀ ਤੋਂ ਨਿਰਲੇਪ ਰਹਿੰਦਾ ਹੈ। ਤਿੰਨ ਜਗ ਤਤ ਪਛਾਨਾ। ਤੇ ਜਿਹੜਾ ਬੰਦਾ ਇਹ ਕੁਝ ਕਰਦਾ ਹੈ, ਸੁੱਖ ਦੁੱਖ ਨੂੰ ਬਰਾਬਰ ਕਰਕੇ ਜਾਣਦਾ ਹੈ, ਮਾਣ ਅਪਮਾਨ ਨੂੰ ਬਰਾਬਰ ਕਰਕੇ ਜਾਣਦਾ ਹੈ, ਹਰਖ ਤੇ ਸੋਗ ਤੋਂ ਨਿਰਲੇਪ ਰਹਿੰਦਾ ਹੈ, ਫਿਰ ਉਹੀ ਇਨਸਾਨ ਜਗਤ ਦਾ ਸਹੀ ਭੇਦ ਪਾ ਲੈਂਦਾ ਹੈ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ। ਤੇ ਮਹਾਰਾਜ ਕਹਿੰਦੇ ਫਿਰ ਉਸਤਤ ਨਿੰਦਾ ਦੋ ਤਿਆਗੈ। ਉਸਤਤ ਵੀ ਛੱਡ ਦਿੰਦਾ ਹੈ, ਨਿੰਦਿਆ ਵੀ ਛੱਡ ਦਿੰਦਾ ਹੈ। ਇਹ ਬੇਨਤੀ ਧਿਆਨ ਦੇ ਕੇ ਸਮਝਿਓ। ਅੱਜ ਬੰਦਾ ਨਿੰਦਿਆ 'ਚ ਵੀ ਬਹੁਤ ਡੁੱਬਿਆ, ਉਸਤਤ 'ਚ ਵੀ ਬਹੁਤ ਡੁੱਬਿਆ। ਨਿੰਦਿਆ ਦਾ ਅਰਥ ਕੀ ਹੁੰਦਾ ਹੈ ਕਿ ਕਿਸੇ ਬੰਦੇ ਵਿੱਚ ਉਹ ਔਗਣ ਹੈ ਨਹੀਂ, ਪਰ ਫਿਰ ਵੀ ਉਸ ਔਗਣ ਦਾ ਜ਼ਿਕਰ ਕਰ ਕਰਕੇ ਉਸ ਬੰਦੇ ਦੀ ਭੰਡੀ ਕਰ ਰਿਹਾ, ਇਹਨੂੰ ਨਿੰਦਿਆ ਕਹਿੰਦੇ ਨੇ। ਤੇ ਉਸਤਤ ਦਾ ਮਤਲਬ ਕੀ ਹੁੰਦਾ ਹੈ ਕਿ ਕਿਸੇ ਬੰਦੇ ਦੇ ਵਿੱਚ ਗੁਣ ਹੈ ਨਹੀਂ, ਪਰ ਫਿਰ ਵੀ ਉਸ ਗੁਣ ਦਾ ਪ੍ਰਚਾਰ ਕਰ ਕਰਕੇ ਉਸ ਬੰਦੇ ਨੂੰ ਵੱਡਾ ਜਤਾਉਣ ਦਾ ਯਤਨ ਕਰ ਰਿਹਾ। ਤੇ ਜਿੰਨੀ ਨਿੰਦਿਆ ਮਾੜੀ ਹੈ ਉਨੀ ਉਸਤਤ ਵੀ ਮਾੜੀ ਹੈ। ਅੱਜ ਬੰਦੇ ਇਹਨਾਂ ਦੋਨਾਂ 'ਚ ਹੀ ਡੁੱਬ ਗਏ ਨੇ। ਜਿਨ੍ਹਾਂ ਨਾਲ ਨਫ਼ਰਤ ਕਰਦੇ ਨੇ ਉਹਦੀ ਨਿੰਦਿਆ ਕਰਦੇ ਰਹਿਣਗੇ, ਜਿਹੜਾ ਔਗਣ ਹੈ ਨਹੀਂ ਉਹ ਔਗਣ ਦਾ ਜ਼ਿਕਰ ਕਰ ਕਰਕੇ ਉਹਦੀ ਭੰਡੀ ਕਰਦੇ ਰਹਿਣਗੇ। ਇਹ ਵੀ ਕੁਝ ਬੰਦਾ ਕਰ ਰਿਹਾ। ਤੇ ਜਿਹਦੇ ਨਾਲ ਇਹਨੂੰ ਪ੍ਰੇਮ ਹੈ, ਜਿਹਦੇ ਨੇੜੇ ਹੈ, ਉਸ ਬੰਦੇ ਵਿੱਚ ਕੋਈ ਗੁਣ ਨਾ ਵੀ ਹੋਵੇ ਨਾ ਜੀ, ਉਹ ਗੁਣ ਦਾ ਜ਼ਿਕਰ ਕਰ ਕਰਕੇ ਉਹਨੂੰ ਵੱਡਾ ਦਿਖਾਉਣ ਦਾ ਯਤਨ ਕਰਦੇ ਨੇ। ਅੱਜ ਕਈ ਪ੍ਰਚਾਰਕਾਂ ਨਾਲ ਵੀ ਇੰਜ ਹੋ ਰਿਹਾ। ਕੋਈ ਪ੍ਰਚਾਰਕ ਦਾ ਫੈਨ ਹੋ ਗਿਆ ਨਾ ਜੀ, ਗੁਣ ਹੈ ਨਹੀਂ ਪਰ ਉਹਦਾ ਜ਼ਿਕਰ ਕਰ ਕਰਕੇ ਉਹਨੂੰ ਐਂ ਦਿਖਾ ਦੇਣਗੇ ਵੀ ਜਿਵੇਂ ਉਹਦੇ ਤੋਂ ਵੱਡਾ ਕੋਈ ਹੈ ਹੀ ਨਹੀਂ। ਜਿੰਨੀ ਨਿੰਦਿਆ ਮਾੜੀ ਹੈ ਉਨੀ ਉਸਤਤ ਵੀ ਮਾੜੀ ਹੈ। ਤਾਂ ਹੀ ਇਹ ਦੋਨੋਂ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ। ਮਹਾਰਾਜ ਨੇ ਇੱਥੇ ਇਕੱਠਾ ਸ਼ਬਦ ਵਰਤਿਆ, ਉਸਤਤ ਨਿੰਦਾ ਦੋ ਤਿਆਗ ਹੈ। ਦੋਨਾਂ ਦਾ ਤਿਆਗ ਕਰ। ਨਿੰਦਿਆ ਛੱਡਣੀ ਵੀ ਜ਼ਰੂਰੀ ਹੈ, ਉਸਤਤ ਛੱਡਣੀ ਵੀ ਜ਼ਰੂਰੀ ਹੈ। ਨਾ ਕਿਸੇ ਦੇ ਔਗਣਾਂ ਨੂੰ ਚਿਤਾਰ ਤੇ ਨਾ ਹੀ ਉਸ ਬੰਦੇ ਨੂੰ ਵੱਡਾ ਜਤਾ ਜਿਸ ਬੰਦੇ 'ਚੋਂ ਗੁਣ ਹੈ ਨਹੀਂ। ਮਹਾਰਾਜ ਕਹਿੰਦੇ ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ। ਤੇ ਜਿਹੜਾ ਬੰਦਾ ਇਹ ਕੁਝ ਕਰ ਲੈਂਦਾ ਹੈ ਉਹੀ ਫਿਰ ਉੱਚੀ ਆਤਮਿਕ ਪਦਵੀ ਨੂੰ ਖੋਜਦਾ ਹੈ ਤੇ ਉਹੀ ਫਿਰ ਵਾਸ਼ਨਾ ਤੋਂ ਰਹਿਤ ਹੁੰਦਾ ਹੈ। ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਤੇ ਮਹਾਰਾਜ ਕਹਿੰਦੇ ਪਰ ਇਹ ਖੇਡ ਹੈ ਬੜੀ ਔਖੀ। ਜਨ ਨਾਨਕ ਇਹੋ ਖੇਲ ਕਠਨ ਹੈ, ਇਹ ਖੇਡ ਬੜੀ ਕਠਨ ਹੈ। ਕਿਹੜੀ ਖੇਡ ਜੀ? ਮਨ ਦੇ ਮਾਣ ਤਿਆਗਣ ਦੀ ਖੇਡ। ਮਨ ਦਾ ਮਾਣ ਤਿਆਗਣਾ ਬਹੁਤ ਔਖਾ ਹੈ ਜੀ। ਕਾਮ ਕ੍ਰੋਧ ਦੀ ਸੰਗਤ ਛੱਡ ਦੇਣੀ ਬੜੀ ਔਖੀ। ਤੁਸੀਂ ਯਤਨ ਕਰਕੇ ਦੇਖ ਲਵੋ, ਫਿਲਮਾਂ ਛੜੀਚਦੀਆਂ ਪਈਆਂ ਲੋਕਾਂ ਤੋਂ, ਲੱਚਰ ਗੀਤ ਛੜੀਂਦੇ ਪਏ ਨੇ, ਹੰਕਾਰ ਛੜੀਂਦਾ ਪਿਆ, ਨਹੀਂ ਛੁੱਟਦਾ ਪਿਆ। ਕਿਉਂਕਿ ਇਹ ਖੇਡ ਬੜੀ ਔਖੀ, ਛੱਡਿਆ ਨਹੀਂ ਜਾਂਦਾ। ਹੰਕਾਰ ਛੱਡਣਾ ਬਹੁਤ ਔਖਾ ਹੈ, ਕਾਮ ਕ੍ਰੋਧ ਦੀ ਸੰਗਤ ਛੱਡਣੀ ਬਹੁਤ ਔਖੀ ਹੈ, ਸੁੱਖ ਤੇ ਦੁੱਖ ਨੂੰ ਬਰਾਬਰ ਜਾਣਨਾ ਬਹੁਤ ਔਖਾ ਹੈ। ਤੇ ਇਸ ਮਾਣ ਤੇ ਅਪਮਾਨ ਦੇ ਵਿੱਚ ਹਾਲਾਤ ਇੱਕੋ ਜਿਹੇ ਰਹਿਣ, ਇਹ ਅਵਸਥਾ ਤੇ ਪਹੁੰਚਣਾ ਬੜਾ ਔਖਾ ਹੈ। ਉਸਤਤ ਤੇ ਨਿੰਦਿਆ ਦਾ ਤਿਆਗ ਕਰਨਾ ਬਹੁਤ ਔਖਾ ਹੈ। ਤੇ ਇਸ ਕਰਕੇ ਮਹਾਰਾਜ ਕਹਿੰਦੇ ਜਨ ਨਾਨਕ ਇਹ ਖੇਲ ਕਠਨ ਹੈ, ਖੇਡ ਬੜੀ ਔਖੀ ਹੈ। ਤੇ ਮਹਾਰਾਜ ਜੇ ਔਖੀ ਹੈ ਤੇ ਕੀ ਅਸੀਂ ਇਹ ਕੁਝ ਕਰ ਨਹੀਂ ਸਕਦੇ? ਕਿ ਮਾਨ ਛੱਡਿਆ ਨਹੀਂ ਜਾਵੇਗਾ, ਸੁੱਖ ਦੁੱਖ ਬਰਾਬਰ ਨਹੀਂ ਹੋਵੇਗਾ, ਕਾਮ ਕ੍ਰੋਧ ਦੀ ਸੰਗਤ ਤੋਂ ਦੂਰ ਨਹੀਂ ਰਹਿ ਸਕਦੇ? ਮਹਾਰਾਜ ਕਹਿੰਦੇ ਹੋ ਸਕਦਾ ਹੈ, ਪਰ ਕੌਣ ਕਰ ਸਕਦਾ ਹੈ? ਕਿਨਹੂ ਗੁਰਮੁਖ ਜਾਨਾ। ਕੋਈ ਵਿਰਲਾ ਗੁਰਮੁਖ ਜਿਹੜਾ ਗੁਰੂ ਦੇ ਸਨਮੁਖ ਹੋ ਗਿਆ ਹੈ, ਉਹ ਬੰਦਾ ਹੀ ਫਿਰ ਇਹ ਸਾਰੇ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ। ਗੁਰਮੁਖ ਤੋਂ ਭਾਵ ਗੁਰੂ ਦੇ ਸਨਮੁਖ ਹੋਣ ਵਾਲਾ। ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਖੇਡ ਤਾਂ ਔਖੀ ਏ, ਪਰ ਜਿਹੜਾ ਗੁਰੂ ਦੇ ਸਨਮੁਖ ਹੋ ਗਿਆ ਉਹ ਵਿਰਲਾ ਜਨ ਫਿਰ ਇਸ ਅਵਸਥਾ ਤੇ ਪਹੁੰਚ ਜਾਂਦਾ ਹੈ। ਮਨ ਦੇ ਮਾਨ ਨੂੰ ਤਿਆਗ ਦਿੰਦਾ ਹੈ ਤੇ ਵਿਕਾਰਾਂ ਦੀ ਸੰਗਤ ਤੋਂ ਦੂਰ ਰਹਿੰਦਾ ਹੈ। ਤੋ ਇਹ ਜਿਹੜਾ ਬਚਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵਿਚਾਰ ਕੀਤੀ ਹੋਈਆਂ ਬੇਅੰਤ ਭੁੱਲਾਂ ਖਿਮਾ ਕਰਨੀਆਂ ਜੀ। ਅਗਲੇ ਸ਼ਬਦ ਦੀ ਵਿਚਾਰ ਆਪਾਂ ਅਗਲੇ ਐਪੀਸੋਡ 'ਚ ਕਰਾਂਗੇ। ਸਤਿਗੁਰੂ ਆਪ ਸੇਵਾ ਲੈ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।